ਦਾ ਆਨੰਦ ਮਾਣੋ। ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਨੋ ਬੇਨੰਤੀਆ ਸੁਆਮੀ ਮੇਰੇ ਰਾਮ। ਕੋਟ ਅਪਰਾਧ ਪਰੇ ਵੀ ਤੇਰੇ ਚੇਰੇ ਰਾਮ। कोट अपराध हमारे खंडो अनक विधि समझावो। हमें अज्ञान अल्प मत थोरी तुम्हें अपना बिरद रखावो। तुम्हारी शरण तुम्हारी आशा तुम ही सज्जन सुहिले। राखो रखनहार दयाला नानक घर के गोले। रूपहीन कुलहीन गुणहीन ज्ञानहीन शोभाहीन भागहीन तपहीन बावरी। दृष्ट दर्शहीन शब्द सुरतहीन बुध बलहीन सुदे हस्त न पावरी। प्रीतहीन रीतहीन पाए प प्रतीतहीन चित्तहीन वित्तहीन सहज स्वभावरी। आगे आगे हीन दीनाधीन प्राचीन लग चरण शरण कैसे प्राप्त हुए रावरी। आंगे आंगे हीन दीनाधीन प्राचीन लग चरण शरण कैसे प्राप्त हुए रावरी। जुगो जुग अटल सतगुरु धन धन श्री गुरु ग्रंथ ਸਾਹਿਬ पातशाह महाराज जी ਦੀ परम सुखकारी हजूरी अंदर धन धन श्री गुरु तेग बहादुर साहिब सच्चे पातशाह महाराज जी दे लासानी अदुੱਤੀ महान बख्शिशां मेहरामतां अजमतां ते रहमतां नाल भरे हुए पवित्र पावन शहीदी अस्थान गुरुद्वारा सीसगंज ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸ਼ਬਦ ਨਾਲ ਸੁਰਤ ਜੋੜ ਕੇ ਜੀਵਨ ਦੀਆਂ ਇਹ ਬੇਸ਼ਕੀਮਤੀ ਦੁਬਾਰਾ ਹੱਥ ਨਾ ਆਉਣ ਵਾਲੀਆਂ ਘੜੀਆਂ ਆਪ ਜੀ ਸਫਲ ਬਣਾ ਰਹੇ ਹੋ। ਲੜੀਵਾਰ ਸਤਿਗੁਰਾਂ ਦੀ ਪਾਵਨ ਬਾਣੀ ਦੀ ਚੱਲ ਰਹੀ ਵਿਚਾਰ ਵਿੱਚ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ 'ਚੋਂ ਦੋ ਪਦੇ ਬੜੇ ਪਿਆਰ ਨਾਲ ਆਪ ਜੀ ਨੇ ਸਨਮਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਸਤਿਕਾਰਯੋਗ ਹੈੱਡ ਗ੍ਰੰਥੀ ਸਾਹਿਬ ਜੀ ਤਿੰਨਾਂ ਪਾਸੋਂ ਸਰਵਣ ਕੀਤੇ।
ਵਿਚਾਰ ਆਰੰਭਤਾ ਤੋਂ ਪਹਿਲਾਂ ਆਪ ਸੰਗਤਾਂ ਦੀ ਅਸੀਸ ਲੋਚਦਾ ਦਸਤਬਸਤਾ ਬੇਨਤੀ ਕਰਦਾ ਹਾਂ। ਗੁਰੂ ਬਖਸ਼ਿਸ਼ ਕੀਤੀ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੋਕੇ ਸਮੇਂ ਵਿੱਚ ਜੀਵਨ ਦੀ ਭੱਜ ਨੱਠ ਦੌੜ ਬਹੁਤ ਜ਼ਿਆਦਾ ਹੈ। ਜਾਂ ਇਸ ਤਰ੍ਹਾਂ ਵੀ ਕਹਿ ਲਈਏ ਕਿ ਜੀਵਨ ਬਹੁਤ ਰਫ਼ਤਾਰ ਨਾਲ ਚੱਲ ਰਿਹਾ ਹੈ। ਬਹੁਤ ਜਲਦੀ ਜਲਦੀ ਸਾਰਾ ਕੁਝ ਵਾਪਰਦਾ ਹੈ, ਜਲਦੀ ਜਲਦੀ ਸਭ ਕੁਝ ਹੋ ਰਿਹਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਮੇਂ ਦੀ ਰਫ਼ਤਾਰ ਕੋਈ ਪਹਿਲੇ ਨਾਲੋਂ ਜ਼ਿਆਦਾ ਹੋ ਗਈ ਹੈ ਜਾਂ ਪਹਿਲਾਂ ਸਮੇਂ ਦੀ ਰਫ਼ਤਾਰ ਘੱਟ ਸੀ, ਹੁਣ ਸਮਾਂ ਤੇਜ਼ ਚੱਲਦਾ ਹੈ, ਇੱਦਾਂ ਤੇ ਨਹੀਂ ਹੈ। ਪਰ ਸਾਡੇ ਜੀਵਨ ਦੇ ਰੁਝੇਵੇਂ, ਜ਼ਿੰਦਗੀ ਜੀਣ ਦਾ ਢੰਗ ਤਰੀਕਾ, ਸਾਡੀ ਲਾਈਫ ਸਟਾਈਲ ਇਸੇ ਤਰ੍ਹਾਂ ਦੀ ਹੈ। ਭੱਜਾ ਨੱਠੀ ਹੋ ਰਹੀ ਹੈ ਬਸ। ਔਰ ਜੀਵਨ ਦਾ ਕੋਈ ਮਕਸਦ, ਕੋਈ ਮੰਤਵ ਸਮਝ ਵਿੱਚ ਨਹੀਂ ਆ ਰਿਹਾ। ਔਰ ਸਾਡੀ ਜ਼ਿੰਦਗੀ ਆਪਣੇ ਆਪ ਵਿੱਚ ਹੀ ਇੱਕ ਰਮਜ, ਇੱਕ ਰਹੱਸ ਜਿਹਾ ਬਣ ਕੇ ਰਹਿ ਗਈ ਹੈ। ਤੁਸੀਂ ਬਾਹਰ ਦੁਨੀਆ ਵੱਲ ਦੇਖੋ ਤੇ ਬੜਾ ਕੁਝ ਸਮਝ ਆਉਂਦਾ ਹੈ, ਆਪਣੇ ਆਪ ਵੱਲ ਵੇਖੋ ਤੇ ਸਿਵਾਏ ਹੈਰਾਨੀ ਦੇ ਕੁਝ ਪੱਲੇ ਨਹੀਂ ਪੈਂਦਾ। ਜਦੋਂ ਤੁਸੀਂ ਆਪਣੀ ਮਿਹਨਤ ਵੇਖੋਗੇ, ਮਸ਼ੱਕਤ ਵੇਖੋਗੇ, ਹਰ ਬੰਦੇ ਦੀ ਕਿਤਾਬ ਇੱਕੋ ਜਿਹੀ ਹੈ, ਕੋਈ ਫਰਕ ਨਹੀਂ ਹੈ। ਨਾਂ ਵੱਖਰੇ ਨੇ, ਕਰੈਕਟਰ ਵੱਖਰੇ ਨੇ, ਥਾਂ ਵੱਖਰੀ ਹੈ, ਕਹਾਣੀ ਸੇਮ ਹੈ। ਹਰ ਕੋਈ ਇੱਥੋਂ ਹੀ ਸ਼ੁਰੂ ਕਰਦਾ ਹੈ। ਛੋਟੇ ਹੁੰਦੇ ਸੀ ਉਦੋਂ ਇੱਦਾਂ ਹੁੰਦਾ ਸੀ, ਇੱਦਾਂ ਹੁੰਦਾ ਸੀ, ਘਰ 'ਚ ਗਰੀਬੀ ਸੀ, ਵੱਡੇ ਹੋਏ, ਬੜੀਆਂ ਮੁਸੀਬਤਾਂ, ਮੁਸ਼ਕਲਾਂ ਵੇਖੀਆਂ, ਫਿਰ ਇੱਥੋਂ ਤੱਕ ਆਏ। ਕਿਸੇ ਦੇ ਭਰਾ ਨੇ ਕੋਈ ਵਾਧਾ ਘਾਟਾ ਕਰ ਲਿਆ, ਕਿਸੇ ਦਾ ਕੋਈ ਤਾਇਆ ਚਾਚਾ ਠੱਗ ਕੇ ਲੈ ਗਿਆ। ਉਹ ਕਹਾਣੀ ਇਹੋ ਜਿਹੀ ਹੈ ਵੀ ਕਿਸੇ ਨੇ ਮੈਨੂੰ ਠੱਗ ਲਿਆ, ਮੈਂ ਅੱਗੇ ਕਿਸੇ ਨੂੰ ਠੱਗ ਲਿਆ, ਇਸੇ ਤਰ੍ਹਾਂ ਹੀ ਦੁਨੀਆ ਤੁਰੀ ਜਾਂਦੀ ਹੈ। ਮਿਹਨਤ ਮਸ਼ੱਕਤ ਆਪਣੇ ਜੀਵਨ ਦੀ ਬੜੀ ਦਿਖਦੀ ਹੈ, ਭੱਜ ਨੱਠ ਬੜੀ ਦਿਖਦੀ ਹੈ। ਜੇ ਪ੍ਰਾਪਤੀ ਵੇਖੀਏ, ਉਪਲਬਧੀ ਵੇਖੀਏ ਤੇ ਕੁਝ ਵੀ ਨਹੀਂ। ਇਹਨੂੰ ਹੋਰ ਸੌਖਾ ਬੇਨਤੀ ਕਰਾਂ। ਬਾਹਰੀ ਤੌਰ 'ਤੇ ਸਾਡੇ ਕੋਲ ਪਹਿਲੇ ਨਾਲੋਂ ਸਹੂਲਤਾਂ, ਸੁਵਿਧਾਵਾਂ, ਪੈਸਾ, ਘਰ, ਇਹ ਸਾਰਾ ਕੁਝ ਬਹੁਤ ਜ਼ਿਆਦਾ ਹੈ। ਪਿਤਾ ਜੀ ਦੇ ਵੇਲੇ, ਦਾਦੇ ਵੇਲੇ ਕੁਝ ਨਹੀਂ ਸੀ ਜੋ ਅੱਜ ਆਪਾਂ ਮਾਣ ਰਹੇ, ਭੋਗ ਰਹੇ ਹਾਂ। ਔਰ ਇਹ ਗੱਲ ਵੀ ਆਪਾਂ ਨੂੰ ਇਮਾਨਦਾਰੀ ਨਾਲ ਮੰਨ ਲੈਣੀ ਚਾਹੀਦੀ ਹੈ ਕਿ ਉਦੋਂ ਬਹੁਤਾ ਕੁਝ ਨਹੀਂ ਸੀ, ਪਰ ਸੁੱਖ ਬਹੁਤ ਸੀ। ਹੁਣ ਬਹੁਤ ਕੁਝ ਹੈ ਪਰ ਸੁੱਖ ਨਹੀਂ ਹੈ, ਸੁੱਖ ਨਹੀਂ ਹੈ। ਗੁਰਬਾਣੀ 'ਚੋਂ ਜਿੰਨੀ ਕੁ ਸਮਝ ਆਈ ਹੈ, ਮੈਂ ਵਾਰ-ਵਾਰ ਇਹ ਬੇਨਤੀ ਕਰਦਾ ਹੁੰਦਾ ਕਿ ਦੋ ਚੀਜ਼ਾਂ ਸਾਨੂੰ ਵੱਖ ਮੰਨਣੀਆਂ ਹੀ ਪੈਣੀਆਂ, ਇਹ ਇਕੱਠੀਆਂ ਨਹੀਂ ਹੈ। ਸੁੱਖ ਇੱਕ ਵੱਖਰੀ ਚੀਜ਼ ਹੈ, ਧਨ ਦੌਲਤ, ਮਾਇਆ, ਪਦਵੀਆਂ, ਪੋਸਟਾਂ, ਅਹੁਦੇ ਇੱਕ ਵੱਖਰੀ ਚੀਜ਼ ਹੈ। ਐਸਾ ਵੀ ਹੁੰਦਾ ਕਿ ਸਾਰਾ ਕੁਝ ਹੈ, ਬੰਦੇ ਦੇ ਕੋਲ ਸੁੱਖ ਨਹੀਂ। ਔਰ ਐਸਾ ਵੀ ਹੈ ਕਿ ਬੰਦੇ ਕੋਲ ਕੁਝ ਵੀ ਨਹੀਂ ਔਰ ਬਹੁਤ ਸੁਖੀ ਹੈ। ਬੰਦੇ ਕੋਲ ਬਹੁਤ ਕੁਝ ਨਹੀਂ ਹੈ ਤੇ ਸੁਖੀ ਹੈ। ਹੁਣ ਜੇ ਕੁਝ ਵੀ ਨਾ ਹੋ ਕੇ ਬੰਦਾ ਸੁਖੀ, ਚਲੋ ਜੇ ਬਾਹਰੋਂ ਆਪਾਂ ਕਿਸੇ ਦੀ ਉਦਾਹਰਣ ਲਈਏ ਤੇ ਹੋ ਸਕਦਾ ਕਿ ਸਹੀ ਟਿਕਾਣੇ ਆਪਾਂ ਨਾ ਪਹੁੰਚੀਏ। ਤੇ ਆਪਾਂ ਉਦਾਹਰਣ ਲਈਏ ਭਗਤ ਕਬੀਰ ਜੀ ਦੀ, ਭਗਤ ਰਵਿਦਾਸ ਜੀ ਦੀ। ਇਹਨਾਂ ਭਗਤਾਂ ਦੇ ਜੀਵਨ ਵਿੱਚ ਵੇਖੋ, ਬਾਹਰੀ ਤੌਰ 'ਤੇ ਕੋਲ ਕੁਝ ਨਹੀਂ, ਅੰਦਰੂਨੀ ਤੌਰ 'ਤੇ ਇਹਨਾਂ ਵਰਗਾ ਸੁਖੀ ਕੋਈ ਨਹੀਂ।
ਸੁੱਖ ਤੇ ਪੈਸਾ ਇਹ ਦੋਨੋਂ ਵੱਖ-ਵੱਖ ਚੀਜ਼ਾਂ ਨੇ। ਇਸੇ ਲਈ ਮੈਂ ਅਕਸਰ ਬੇਨਤੀ ਕਰਦਾ ਵੀ ਸਾਡੀ ਮੰਗ ਵੀ ਗਲਤ ਹੈ। ਗੁਰੂ ਕੋਲ ਆ ਕੇ ਆਪਾਂ ਪੈਸਾ ਮੰਗਦੇ ਹਾਂ, ਧਨ ਦੌਲਤ ਮੰਗਦੇ ਹਾਂ, ਸੁੱਖ ਨਹੀਂ ਮੰਗਦੇ। ਜੇ ਸੁੱਖ ਚਾਹੀਦਾ ਸੁੱਖ ਮੰਗੀਏ ਤੇ ਸੁੱਖ ਤੇ ਪਾਤਸ਼ਾਹ ਕਹਿੰਦੇ ਨੇ ਜੋ ਸੁੱਖ ਕੋ ਚਾਹੇ ਸਦਾ, ਕੁਛ ਵੀ ਨਹੀਂ ਚਾਹੀਦਾ। ਫਿਰ ਧਨ ਦੌਲਤ ਮਹਿਲ ਮਕਾਨ ਮਾੜੀਆਂ ਕੁਝ ਨਹੀਂ ਚਾਹੀਦਾ। ਸਿਕੰਦਰ ਤੁਰਿਆ ਜਾ ਰਿਹਾ, ਇੱਕ ਸਮੁੰਦਰ ਦੇ ਕੰਢੇ ਤੇ ਇੱਕ ਫਕੀਰ ਝੋਪੜੀ ਪਾਈ ਬੈਠਾ ਹੈ, ਬੜੀ ਫੌਜ ਲੰਘ ਰਹੀ। ਉਹਨੇ ਫੌਜ ਤੋਂ ਪੁੱਛਿਆ ਕੀ ਹੋ ਰਿਹਾ, ਕਈ ਦਿਨਾਂ ਤੋਂ ਲੋਕ ਤੁਰੇ ਜਾ ਰਹੇ ਨੇ, ਹਾਥੀ ਘੋੜੇ ਫੌਜਾਂ, ਕੀ ਹੋ ਰਿਹਾ? ਕਹਿੰਦੇ ਸਿਕੰਦਰ ਆ ਰਿਹਾ। ਉਹ ਫਕੀਰ ਦਾ ਨਾਮ ਵਿਦਵਾਨਾਂ ਨੇ ਦਾਰਜਨਿਸ਼ ਦੱਸਿਆ। ਉਹਨੇ ਕਿਹਾ ਅੱਛਾ ਸਿਕੰਦਰ ਆ ਰਿਹਾ ਹੈ, ਠੀਕ ਹੈ, ਕਦੋਂ ਆਏਗਾ? ਇੰਨੇ ਦਿਨਾਂ ਤੋਂ ਇੰਨੀ ਫੌਜ ਗਈ ਹੈ, ਉੱਥੇ ਦਿਖਿਆ ਨਹੀਂ। ਉਹਦੇ ਕੁਝ ਅਹਿਲਕਾਰਾਂ ਨੇ ਦੱਸਿਆ ਹੋਵੇਗਾ ਵੀ 2 ਦਿਨ ਬਾਅਦ 4 ਦਿਨ ਬਾਅਦ ਉਹ ਆਏਗਾ। ਉਹਨੇ ਧਿਆਨ ਰੱਖਿਆ ਸਿਕੰਦਰ ਹਾਥੀ ਦੇ ਅਹੁਦੇ ਤੇ ਅਸਵਾਰ ਹੈ, ਜਾ ਰਿਹਾ ਹੈ, ਤੇ ਦਾਰਜਨਿਸ਼ ਫਕੀਰ ਹੈ, ਉਹਨੇ ਆਵਾਜ਼ ਮਾਰੀ, ਉਹ ਸਿਕੰਦਰ ਗੱਲ ਸੁਣ। ਸਿਕੰਦਰ ਹੈਰਾਨ ਹੋਇਆ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹਨੇ ਮੇਰਾ ਇੱਦਾਂ ਨਾਂ ਲੈ ਕੇ ਆਵਾਜ਼ ਮਾਰੀ ਹੈ ਇਹ ਜ਼ਰੂਰ ਮੇਰਾ ਕੋਈ ਭੇਤੀ ਮੈਨੂੰ ਜਾਣਦਾ ਹੋਵੇਗਾ। ਔਰ ਦੂਸਰਾ ਉਹ ਮੇਰੇ ਕੋਲ ਨਹੀਂ ਆਇਆ, ਦੂਰੋਂ ਆਵਾਜ਼ ਮਾਰਦਾ, ਕੋਈ ਖਾਸ ਬੰਦਾ ਹੋਵੇਗਾ, ਉਤਰ ਕੇ ਗਿਆ। ਉਹਨੇ ਕਿਹਾ ਮੈਨੂੰ ਪਛਾਣਿਆ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਮੈਨੂੰ ਵੀ ਇਹੀ ਉਮੀਦ ਸੀ ਵੀ ਤੂੰ ਨਹੀਂ ਪਛਾਣੇਗਾ, ਕਿਉਂਕਿ ਤੇਰਾ ਮੇਰਾ ਹੁਣ ਕੋਈ ਮੇਲ ਨਾ ਰਿਹਾ। ਤੂੰ ਬਾਦਸ਼ਾਹ, ਮੈਂ ਫਕੀਰ, ਤੇਰੇ ਨਾਲੋਂ ਵੱਡਾ ਕੋਈ ਨਹੀਂ, ਮੇਰੇ ਨਾਲੋਂ ਛੋਟਾ ਕੋਈ ਨਹੀਂ। ਬਾਦਸ਼ਾਹ ਤੋਂ ਵੱਡਾ ਕੌਣ ਹੋਏਗਾ ਤੇ ਫਕੀਰ ਤੋਂ ਛੋਟਾ ਕੌਣ ਹੋਏਗਾ? ਤੇਰਾ ਮੇਰਾ ਕੋਈ ਮੇਲ ਨਹੀਂ, ਤਾਂ ਤੂੰ ਪਛਾਣਿਆ ਨਹੀਂ। ਪਰ ਮੈਂ ਤੈਨੂੰ ਯਾਦ ਕਰਾਵਾਂ, ਮੈਂ ਤੇਰਾ ਬਚਪਨ ਦਾ ਦੋਸਤ ਹਾਂ। ਉਹਨੂੰ ਗੱਲ ਯਾਦ ਆ ਗਈ, ਘੁੱਟ ਕੇ ਗੱਲ ਵੱਕੜੀ ਚ ਲਿਆ। ਤੂੰ ਇੱਥੇ ਕਿੱਦਾਂ? ਉਹ ਕਹਿੰਦਾ ਮੈਂ ਤੇ ਕਿੱਦਾਂ? ਉਹ ਛੱਡ, ਪਹਿਲਾਂ ਤੂੰ ਦੱਸ ਕੀ ਹੋ ਰਿਹਾ? ਇੰਨੀ ਫੌਜ ਜਾ ਰਹੀ, ਹਾਥੀ ਘੋੜੇ, ਕੀ ਹੋ ਰਿਹਾ? ਉਹ ਕਹਿੰਦਾ ਮੈਂ ਦੁਨੀਆ ਨੂੰ ਜਿੱਤਣ ਵਾਸਤੇ ਤੁਰਿਆ। ਦੁਨੀਆ ਨੂੰ ਜਿੱਤਣ ਲਈ? ਦੁਨੀਆ ਜਿੱਤਣ ਲਈ ਕਿੱਦਾਂ ਜਿੱਤੇਗਾ? ਪਹਿਲਾਂ ਮੁਲਕ ਫਿਰੋ, ਮੁਲਕ ਫਿਰੋ, ਫਿਰੋ, ਇੱਦਾਂ ਦੁਨੀਆ ਜਿੱਤਾਂਗਾ। ਫਿਰ ਕੀ ਕਰੇਗਾ? ਉਹ ਕਹਿੰਦਾ ਫਿਰ ਮੈਂ ਆਰਾਮ ਕਰਾਂਗਾ, ਸਾਰੀ ਦੁਨੀਆ 'ਤੇ ਮੇਰੀ ਬਾਦਸ਼ਾਹਤ ਹੋਏਗੀ, ਮੈਂ ਆਰਾਮ ਕਰਾਂਗਾ। ਉਹ ਕਿਹਾ ਜਿਹੜੀ ਤੂੰ ਦੁਨੀਆ ਜਿੱਤਣ ਵਾਸਤੇ ਜਾ ਰਹੀ ਹੈ ਸੌਖੀ ਜਿੱਤੀ ਜਾਏਗੀ? ਕਿ ਨਾ, ਸੌਖੀ ਕਿੱਥੇ ਜਿੱਤੀ ਜਾਏਗੀ? ਜੰਗ ਯੁੱਧ ਹੋਣਗੇ, ਲੱਖਾਂ ਲੋਕ ਮਰਨਗੇ, ਮੇਰੇ ਮਰਨਗੇ, ਉੱਧਰੋਂ ਵੀ ਮਰਨਗੇ, ਲੱਖਾਂ ਦਾ ਨੁਕਸਾਨ ਹੋਏਗਾ, ਬੜਾ ਕੁਝ ਹੋਏਗਾ, ਫਿਰ ਮੈਂ ਜਿੱਤਾਂਗਾ। ਉਹ ਜਿੱਤ ਕੇ ਕਰਨਾ ਕੀ ਹੈ? ਮਕਸਦ ਕੀ ਹੈ? ਕਹਿੰਦਾ ਆਰਾਮ। ਕਹਿੰਦਾ ਮੈਨੂੰ ਇੱਕ ਭੁਲੇਖਾ ਸੀ ਵੀ ਬਾਦਸ਼ਾਹ ਹੋ ਕੇ ਤੂੰ ਬੜਾ ਸਿਆਣਾ ਹੋ ਗਿਆ ਹੋਵੇਗਾ, ਪਰ ਤੂੰ ਅੱਜ ਵੀ ਓਨਾ ਹੀ ਕਮਲਾ ਹੈ ਜਿੰਨਾ ਪਹਿਲਾਂ ਸੀ। ਸਿਕੰਦਰ ਹੱਸਿਆ। ਉਹਨੇ ਕਿਹਾ ਕੀ ਹੋਇਆ? ਇਹਦੇ 'ਚ ਕਮਲ ਪੁਣੇ ਦੀ ਗੱਲ ਹੀ ਕੀ? ਉਹਨੇ ਕਿਹਾ ਇਹਦੇ 'ਚ ਸਿਆਣਪ ਵੀ ਕਿੱਥੇ ਹੈ? ਇੰਨੀ ਕਟਾ ਵੱਡੀ ਹੋਏਗੀ, ਲੋਕ ਮਰਨਗੇ, ਘਰਾਂ ਦੇ ਘਰ ਉਜੜਨਗੇ, ਬਰਬਾਦ ਹੋਣਗੇ, ਫਿਰ ਤੂੰ ਦੁਨੀਆ ਜਿੱਤੇਗਾ। ਜਿੱਤ ਕੇ ਕਰਨਾ ਕੀ ਹੈ? ਆਰਾਮ ਕਰਨਾ। ਇੱਕ ਆਰਾਮ ਕਰਨ ਵਾਸਤੇ ਇਹ ਸਭ ਕੁਝ ਦੀ ਜ਼ਰੂਰਤ ਨਹੀਂ। ਜੇ ਆਰਾਮ ਕਰਨਾ ਆ ਮੇਰੇ ਨਾਲ, ਮੈਂ ਇੱਥੇ ਕੀ ਕਰ ਰਿਹਾ? ਆਰਾਮ ਹੀ ਤੇ ਕਰ ਰਿਹਾ। ਮੇਰੀ ਝੋਂਪੜੀ 'ਚ 2-4 ਜਣਿਆਂ ਦੀ ਜਗ੍ਹਾ ਵਾਧੂ ਹੈ, ਆ ਫੌਜਾਂ ਵਾਪਸ ਭੇਜ ਦੇ, ਮੇਰੇ ਨਾਲ ਝੋਂਪੜੀ 'ਚ ਰਹਿ, ਆਰਾਮ ਕਰ, ਸੁੱਖ ਮਾਣ। ਮੈਂ ਵੀ ਤਿਆਰੀ ਕਰ ਰਿਹਾ। ਉਹਨੇ ਕਿਹਾ ਤੂੰ ਫਕੀਰ ਹੈ, ਤੂੰ ਮੇਰੀ ਸੋਚ ਨੂੰ ਸਮਝ ਨਹੀਂ ਸਕਦਾ। ਦਾਰਜਨਿਸ਼ ਨੇ ਕਿਹਾ ਠੀਕ ਹੈ, ਤੈਨੂੰ ਇਉਂ ਲੱਗਦਾ ਹੈ ਕਿ ਮੈਂ ਤੇਰੀ ਸੋਚ ਨੂੰ ਸਮਝ ਨਹੀਂ ਸਕਦਾ, ਪਰ ਕਾਸ਼ ਕਿਤੇ ਤੂੰ ਮੇਰੀ ਸੋਚ ਸਮਝ ਲਵੇਂ ਤੇ ਅੱਜ ਹੀ ਸੁਖੀ ਹੋ ਜਾਏ। ਹੁਣੇ ਆਰਾਮ ਕਰੇ, ਪਰ ਜੋ ਕੁਝ ਕਰਕੇ ਆਰਾਮ ਦੀ ਸੋਚ ਰਿਹਾ ਤੂੰ ਕਦੀ ਆਰਾਮ ਕਰ ਨਾ ਪਾਵੇਗਾ। ਖੁਸ਼ਕਿਸਮਤ ਲੋਕ ਉਹ ਨੇ ਜਿਹੜੇ ਸਮੇਂ ਨਾਲ ਮੁੜ ਆਉਂਦੇ ਨੇ, ਬਦਕਿਸਮਤ ਉਹ ਨੇ
ਜਿਨ੍ਹਾਂ ਨੂੰ ਮੌਤ ਮੋੜਦੀ ਹੈ। ਦੁਨੀਆ ਜਿੱਤ ਕੇ ਅੱਜ ਤੱਕ ਕਿਸੇ ਨੇ ਆਰਾਮ ਨਹੀਂ ਕੀਤਾ। ਇਹ ਸਫ਼ਰ ਵਿੱਚੇ ਛੱਡਣਾ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਨਹੀਂ ਨਾ ਕੀਏ ਕਾਜ ਮਾਇਆ ਪੂਰੇ। ਅੱਗੇ ਇਸ ਤੋਂ ਬਾਅਦ ਇੱਕ ਬੜੀ ਕਾਲਪਨਿਕ ਤੇ ਦਿਲਚਸਪ ਕਹਾਣੀ ਵਿਦਵਾਨਾਂ ਨੇ ਕਹੀ। ਸਿਕੰਦਰ ਨਾ ਮੰਨਿਆ ਤੁਰ ਪਿਆ, ਵਿੱਚ ਉਹਦੀ ਮੌਤ ਹੋ ਗਈ। ਔਰ ਇਹ ਸੁਭਾਵਕ ਹੈ ਕਿ ਜਿਸ ਦਿਨ ਸਿਕੰਦਰ ਦੀ ਮੌਤ ਹੋਈ ਉਸੇ ਦਿਨ ਦਾਰਜਨਿਸ਼ ਦੀ ਮੌਤ ਹੋਈ। ਔਰ ਇਸ ਤਰ੍ਹਾਂ ਦਾ ਜ਼ਿਕਰ ਕਾਲਪਨਿਕ ਕਹਾਣੀ, ਅੱਗੇ ਦਾ ਤਾਂ ਕਿਸੇ ਨੂੰ ਪਤਾ ਨਹੀਂ। ਬੜੀ ਸੋਹਣੀ ਸਾਨੂੰ ਸਮਝਾਉਣ ਲਈ ਵਿਦਵਾਨਾਂ ਨੇ ਕਹਾਣੀ ਦੱਸੀ ਕਿ ਅੱਗੇ ਜਦੋਂ ਫਿਰ ਦੋਨਾਂ ਦਾ ਮੇਲ ਹੋਇਆ, ਸਿਕੰਦਰ ਖੁਸ਼ ਹੋਇਆ, ਹੱਸਿਆ ਦੇਖ ਕੇ, ਆਖਣ ਲੱਗਾ ਦਾਰਜਨਿਸ਼ ਵਾਹ, ਇੱਕ ਬਾਦਸ਼ਾਹ ਦਾ ਫਕੀਰ ਨਾਲ ਦੁਬਾਰਾ ਤੋਂ ਮੇਲ ਹੋ ਗਿਆ। ਦਾਰਜਨਿਸ਼ ਨੇ ਕਿਹਾ ਹਾਂ, ਇੱਕ ਫਕੀਰ ਦਾ ਬਾਦਸ਼ਾਹ ਨਾਲ ਦੁਬਾਰਾ ਤੋਂ ਫਿਰ ਮੇਲ ਹੋਇਆ, ਪਰ ਸਮਝਣ ਵਿੱਚ ਤੇਰੇ ਭੁਲੇਖਾ ਵੀ ਇੱਥੇ ਬਾਦਸ਼ਾਹ ਕੌਣ ਹੈ, ਇੱਥੇ ਫਕੀਰ ਕੌਣ ਹੈ। ਇਹ ਤੇਰੀ ਸਮਝ ਵਿੱਚ ਭੁਲੇਖਾ ਹੈ। ਇੱਥੇ ਤੂੰ ਬਾਦਸ਼ਾਹ ਨਹੀਂ ਹੈ, ਇੱਥੇ ਬਾਦਸ਼ਾਹਤ ਸਾਡੀ ਹੈ। ਤੇਰੀ ਬਾਦਸ਼ਾਹਤ ਕਿਉਂ ਹੈ? ਅਸੀਂ ਪਰਮੇਸ਼ਰ ਨਾਲ, ਰੱਬ ਦੇ ਨਾਮ ਨਾਲ ਜੁੜ ਕੇ ਦੁਨੀਆ 'ਚ ਸੁੱਖ ਮਾਣਿਆ, ਇੱਥੇ ਵੀ ਸੁੱਖ। ਕੀ ਬਚਨ ਪੜ੍ਹਦੇ ਆ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਉਹ ਕਿਹਦੇ ਹੁੰਦੇ ਨੇ? ਜਿਹੜਾ ਮਾਲਕ ਨਾਲ ਜੁੜ ਜਾਂਦਾ ਹੈ। ਸਮਝਣ ਵਿੱਚ ਭੁਲੇਖਾ ਕਰ ਰਹੇ ਹਾਂ ਕਿ ਫਕੀਰ ਕੌਣ ਹੈ ਤੇ ਬਾਦਸ਼ਾਹ ਕੌਣ ਹੈ। ਇਸੇ ਤਰ੍ਹਾਂ ਦੀ ਕਹਾਣੀ ਆਪਣੇ ਸਾਰਿਆਂ ਦੀ ਹੈ। ਆਰਾਮ ਚਾਹੁੰਦੇ ਆ, ਸੁੱਖ ਚਾਹੁੰਦੇ ਆ, ਪਰ ਇਹ ਕਰਕੇ ਫਿਰ ਹੁਣੇ ਨਹੀਂ, ਕੁਝ ਕਰਕੇ। ਕੀ ਕਰਕੇ? ਕੋਈ ਪੜ੍ਹਾਈ 'ਚ ਲੱਗਾ, ਪੜ੍ਹਾਈ ਪੂਰੀ ਕਰਕੇ ਫਿਰ ਪੜ੍ਹਾਈ ਹੋ ਗਈ, ਫਿਰ ਹੁਣ ਵਿਆਹ, ਨੌਕਰੀ, ਅੱਗੇ ਬੱਚੇ, ਫਿਰ ਬੱਚਿਆਂ ਨੂੰ ਸੈੱਟ ਕਰ ਲਈਏ, ਫਿਰ ਆਪਾਂ ਸਾਰੇ ਇਸੇ 'ਚ ਲੱਗਿਆ। ਕੁਛ ਕਰਕੇ ਫਿਰ ਆਰਾਮ ਕਰਨਾ ਹੈ। ਉਹ ਕੁਝ ਕਰਦੇ ਕਰਦੇ ਦੁਨੀਆ ਤੋਂ ਕੂਚ ਕਰ ਜਾਂਦੇ ਆ, ਚਾਰ ਪਰਾ ਚੁੱਕ ਕੇ ਮੜੀਆਂ 'ਚ ਲੈ ਜਾਂਦੇ ਆ। ਨਾ ਸੁੱਖ ਮਿਲਿਆ, ਨਾ ਆਰਾਮ ਹੋਇਆ, ਨਾ ਸੁੱਖ ਵੇਖਿਆ, ਨਾ ਆਰਾਮ ਹੋਇਆ। ਸਤਿਗੁਰੂ ਜੀ ਦੀ ਪਾਵਨ ਬਾਣੀ ਜੋ ਅੱਜ ਦਾ ਪਾਵਨ ਸ਼ਬਦ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਤੇਰੇ ਜੀਵਨ ਦਾ ਕੋਈ ਵੀ ਐਸਾ ਕਾਰਜ ਨਹੀਂ, ਕੋਈ ਵੀ ਐਸੀ ਗੱਲ ਨਹੀਂ, ਕੋਈ ਐਸਾ ਰੋਗ ਨਹੀਂ ਜਿਹਦੀ ਦਵਾਈ ਮੇਰੇ ਗੁਰੂ ਕੋਲ ਨਹੀਂ। ਤੇਰਾ ਕੋਈ ਐਸਾ ਮਸਲਾ ਨਹੀਂ ਜਿਹਦਾ ਹੱਲ ਮੇਰੇ ਸਤਿਗੁਰੂ ਕੋਲ ਨਾ ਹੋਵੇ। ਤੇ ਹੁਣ ਸਿੱਖ ਨੂੰ ਸਮਝਣਾ ਹੋਵੇ ਤੇ ਗੁਰੂ ਕੀ ਕਰੇ? ਕਬੀਰ ਸਾਹਿਬ ਤਾਂ ਹੀ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗੇ, ਜੋ ਬਾਂਸ ਬਜਾਈਏ ਫੂਕ। ਇਹਨੂੰ ਸੌਖਾ ਸਮਝੋ ਅਰਥ, ਇਹ ਸਿੱਖ ਵੀ ਬਾਂਸ ਵਰਗਾ ਹੋ ਗਿਆ। ਇੱਧਰੋਂ ਫੂਕ ਮਾਰੀ, ਉੱਧਰ ਨਿਕਲ ਗਈ, ਉੱਥੇ ਦਾ ਉੱਥੇ, ਇਹ ਉੱਥੇ ਦਾ ਉੱਥੇ। ਤੇ ਮੈਂ ਵਾਰ-ਵਾਰ ਇਹ ਬੇਨਤੀ ਕਰਦਾ ਹੁੰਦਾ ਹੈ ਕਿ ਸਾਲ, ਦਿਨ, ਮਹੀਨੇ ਗਿਣਨਾ ਕੁਝ ਨਹੀਂ ਹੋਣਾ। ਮੈਨੂੰ 20 ਸਾਲ ਹੋ ਗਏ ਗੁਰਦੁਆਰੇ ਆਉਂਦੇ, 10 ਸਾਲ ਹੋ ਗਏ ਗੁਰਦੁਆਰੇ ਆਉਂਦੇ, 50 ਸਾਲ ਹੋ ਗਏ। ਵੈਸੇ 40 ਸਾਲ ਤੋਂ ਘੱਟ ਤੇ ਕੋਈ ਟੱਕਰਦਾ ਹੀ ਘੱਟ ਹੈ ਯਾਰ, ਕੋਈ 40 ਸਾਲ ਤੋਂ ਉੱਤੇ ਖੜਾ। ਇਹਦੇ ਨਾਲ ਕੁਝ ਵੀ ਹੋਣ ਵਾਲਾ ਨਹੀਂ ਕਿ ਤੂੰ ਸਾਲ ਹੀ ਗਿਣਦਾ ਰਹੇ, ਮੈਂ ਕਿੰਨੇ ਸਾਲਾਂ ਤੋਂ ਆ ਰਿਹਾ, ਮੈਂ ਕਿੰਨੇ ਸਾਲ, ਕੁਝ ਹੋਣ ਵਾਲਾ ਨਹੀਂ। ਮੈਂ ਆਪਣੇ ਜੀਵਨ 'ਚ ਜਿਹੜੇ ਆਂਦੇ ਮੈਨੂੰ 40 ਸਾਲ ਹੋ ਗਏ, 30 ਸਾਲ ਹੋ ਗਏ, ਉਹਨਾਂ ਨੂੰ ਲੜਦਿਆਂ ਵੇਖਿਆ। ਕਾਹਦੇ ਪਿੱਛੇ? ਗੱਡੀ ਦੀ ਪਾਰਕਿੰਗ ਪਿੱਛੇ। ਮੈਨੂੰ ਇੰਨੇ ਸਾਲ ਹੋ ਗਏ, ਮੈਂ ਤੇ ਇੱਥੇ ਗੱਡੀ ਲਾਉਣਾ, ਮੈਂ ਤੇ ਇੱਥੇ ਹੀ ਲਾਉਣੀ। ਇੰਨੇ ਸਾਲਾਂ 'ਚ ਕੀ ਖਟਿਆ? ਕੀ ਖਟਿਆ? ਆ ਖਟਿਆ। ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਔਰ ਕਿਸੇ ਦੇ ਦੱਸਣ ਨਾ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ। ਆਪਣਾ ਹਿਸਾਬ ਕਿਤਾਬ ਖੁਦ ਲਾਓ। ਸਾਲ ਇੰਨੇ ਜ਼ਰੂਰ ਹੋ ਗਏ ਨੇ, ਖਟਿਆ ਕੀ ਹੈ? ਪ੍ਰਾਪਤੀ ਕੀ ਹੈ? ਕੀ ਪ੍ਰਾਪਤੀ ਹੈ? ਬਦਲਾਵ ਕੀ ਹੈ ਜੀਵਨ 'ਚ? ਜੀਵਨ 'ਚ ਸੁੱਖ ਹੈ ਕਿ ਨਹੀਂ ਹੈ? 10 ਸਾਲ ਪਹਿਲਾਂ ਜਿਹੜੀ
ਗੁੰਝਲਦਾਰ ਜ਼ਿੰਦਗੀ 'ਚ ਅੱਜ ਵੀ ਉੱਥੇ ਆ ਤੇ 10 ਸਾਲ ਗੁਰੂ ਕੋਲ ਆਏ ਤੇ ਖਟਿਆ ਕੀ? ਕੁਝ ਵੀ ਨਾ। ਫਿਰ ਤਾਂ ਕੁਝ ਵੀ ਨਾ ਖਟਿਆ। ਜੇ ਬਦਲਾਵ ਨਹੀਂ ਆਇਆ ਤੇ ਹੁਣ ਬਦਲਾਵ ਕਿਵੇਂ ਆਏਗਾ? ਜੀਵਨ 'ਚ ਬਦਲਾਵ ਆਏਗਾ ਗੁਰੂ ਦੀ ਮੱਤ ਨੂੰ ਸਮਝਿਆ। ਤੇ ਸਾਹਿਬ ਜੀ ਨੇ ਕਿਰਪਾ ਕੀਤੀ, ਪਹਿਲਾਂ ਉਸ ਪਰਮੇਸ਼ਰ ਤੇ ਭਰੋਸਾ ਰੱਖ, ਯਕੀਨ ਰੱਖ। ਇਸੇ ਪਾਵਨ ਬਾਣੀ 'ਚ ਇੱਕ ਬਚਨ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਅਰਦਾਸਾਂ ਕਿੰਨੀਆਂ ਕੀਤੀਆਂ ਤੇ ਕਿੰਨੀਆਂ ਕਰਵਾਈਆਂ, ਕੋਈ ਫਰਕ ਨਹੀਂ ਜੇ ਪੈਣਾ। ਤੁਸੀਂ 1000 ਅਰਦਾਸਾਂ ਕਰੋ, ਲੱਖ ਕਰਵਾਓ, ਫਰਕ ਇੱਥੇ ਪੈਣਾ ਕਿ ਤੁਹਾਡੀ ਅਰਦਾਸ ਤੇ ਅਰਦਾਸ ਵਿੱਚ ਭਰੋਸਾ ਕਿੰਨਾ ਕਿ ਯਕੀਨ ਕਿੰਨਾ ਯਕੀਨ ਕਿੰਨਾ। ਧਰਮ ਦੇ ਖੇਤਰ ਵਿੱਚ ਪਹਿਲਾ ਕਰਮ ਜਾ ਕੇ ਮਨ ਗੁਰ ਕੀ ਪ੍ਰਤੀਤ, ਗੁਰੂ ਤੇ ਭਰੋਸਾ। ਤੇ ਜਿਹਦਾ ਗੁਰੂ ਤੇ ਭਰੋਸਾ ਹੈ ਤਿਸ ਜਨ ਆਵੇ ਹਰ ਪ੍ਰਭ ਚੀਤ, ਰੱਬ ਉਹਨੂੰ ਹਰ ਵੇਲੇ ਚੇਤੇ ਆਏਗਾ। ਗੁਰੂ ਤੇ ਭਰੋਸਾ ਹੀ ਨਹੀਂ, ਕੋਈ ਫਰਕ ਨਹੀਂ ਪਏਗਾ। ਗੁਰੂ ਤੇ ਭਰੋਸਾ। ਮੇਰਾ ਸਤਿਗੁਰੂ ਕਿੱਡੀ ਵੱਡੀ ਤਾਕਤ ਦਾ, ਕਿੱਡੀ ਵੱਡੀ ਸਮਰੱਥਾ ਦਾ ਮਾਲਕ ਹੈ, ਏਡੀ ਵੱਡੀ ਸਮਰੱਥਾ ਦਾ ਮਾਲਕ ਹੈ। ਸਾਹਿਬ ਜੀ ਨੇ ਕਿਰਪਾ ਕੀਤੀ, ਨੀਕੀ ਕੀਰੀ ਮੈਂ ਕੱਲ ਰੱਖੈ। ਜੇ ਵੀ ਉਹੀ ਚਿੰਤਾ, ਗਮ, ਦੁੱਖ, ਫਿਕਰ ਉੱਥੇ ਤੁਰੇ ਫਿਰਦੇ ਆ ਨਾ, ਤੇ ਆਪਾਂ ਗੁਰੂ ਨੂੰ ਜਾਣਿਆ ਹੀ ਨਹੀਂ ਵੀ ਮਾਲਕ ਕਿੱਡੀ ਵੱਡੀ ਸਮਰੱਥਾ ਦਾ ਮਾਲਕ ਹੈ, ਕਿੱਡੀ ਅਜ਼ੀਮ ਸ਼ਖਸੀਅਤ ਹੈ। ਨਿੱਕੀ ਕੀੜੀ, ਨਿੱਕੀ ਜੀ ਕੀੜੀ ਵਿੱਚ ਮਾਲਕ ਆਪਣੀ ਕਲਾ ਰੱਖ ਦੇਵੇ ਤੇ ਪਤਾ ਉਹ ਕੀੜੀ ਕਿੱਡੀ ਬਲਸ਼ਾਲੀ ਹੋ ਸਕਦੀ ਹੈ। ਭਸਮ ਕਰੇ ਲਸ਼ਕਰ ਕੋਟ ਲੱਖ ਹੈ, ਲਸ਼ਕਰ ਕਹੀਏ ਫੌਜਾਂ, ਭਸਮ ਕਹੀਏ ਸਵਾਹ ਕਰ ਦੇਵੇ। ਕੋਟ ਕਰੋੜ ਲੱਖ ਹੈ, ਲੱਖਾਂ ਲੱਖਾਂ ਤੇ ਕਰੋੜਾਂ ਦੀ ਫੌਜ ਨੂੰ, ਦੁਸ਼ਮਣਾਂ ਨੂੰ ਇੱਕ ਨਿੱਕੀ ਜਿਹੀ ਕੀੜੀ ਸਵਾਹ ਕਰਨ ਦੀ ਸਮਰੱਥਾ ਰੱਖਦੀ ਹੈ ਜੇ ਮਾਲਕ ਉਹਦੇ 'ਚ ਆਪਣੀ ਕਲਾ ਵਰਤਾਦਾ। ਹੁਣ ਇੱਥੇ ਆਪਾਂ ਇੱਕ ਕੀੜੀ ਲੱਭਦੇ ਫਿਰਾਂਗੇ ਵੀ ਕਿਹੜੀ ਕੀੜੀ ਹੈ ਜਿਹਦੇ 'ਚ ਰੱਬ ਕਲਾ ਰੱਖੇ ਤੇ ਉਹ ਫਿਰ ਲੱਖਾਂ ਕਰੋੜਾਂ ਫੌਜਾਂ ਨੂੰ ਮਾਰੇ, ਇਹਦਾ ਭਾਵ ਇਹ ਕੱਢਾਂਗੇ ਨਹੀਂ। ਇੱਥੇ ਕਹਾਣੀ ਕੀੜੀ ਦੀ ਨਹੀਂ ਹੈ, ਉਹ ਤੇ ਮਹਿਜ਼ ਇੱਕ ਉਦਾਹਰਣ ਹੈ। ਗੱਲ ਸਿਰਫ ਇੰਨੀ ਹੈ, ਮਨਾ ਜੇ ਤੇਰੇ ਮਨ ਵਿੱਚ ਇੱਕ ਕਿਣਕਾ ਮਾਤਰ ਪਰਮੇਸ਼ਰ ਦਾ ਨਾਮ ਵਸ ਜਾਏ, ਕਿਣਕਾ ਮਾਤਰ ਗੁਰੂ ਦੀ ਕਲਾ ਤੇਰੇ ਜੀਵਨ ਵਿੱਚ ਆਉਣ ਲੱਗ ਜਾਏ, ਵਰਤਣ ਲੱਗ ਪਏ, ਗੁਰੂ ਸਿੱਖਾਂ ਅੰਦਰ ਸਤਿਗੁਰ ਵਰਤੇ, ਇਹ ਹੋ ਜਾਏ, ਗੁਰੂ ਦੀ ਕਲਾ ਵਰਤੇ। ਤੇ ਗੁਰੂ ਦੀ ਕਲਾ ਵਰਤਦੀ, ਪ੍ਰਭ ਕੀ ਕਲਾ ਬਿਨਾ ਕਹਿਤਾਵ ਹੈ। ਤੇ ਜੇ ਗੁਰੂ ਆਪਣੀ ਕਲਾ ਰੱਖੇ ਨਾ ਤੇਰੇ ਜੀਵਨ 'ਚ, ਰੱਤੀ ਭਰ ਵੀ ਇੱਕ ਕੀੜੀ ਲੱਖਾਂ ਕਰੋੜਾਂ ਦੁਸ਼ਮਣਾਂ ਦੀ ਫੌਜ ਨੂੰ ਮਾਰ ਕੇ ਸਵਾਹ ਕਰਨ ਦੀ ਸਮਰੱਥਾ ਰੱਖਦੀ ਹੈ, ਤੇ ਪਰਮੇਸ਼ਰ ਦੀ ਕਲਾ ਵਰਤ ਜਾਏ ਤੇ ਤੇਰੇ ਆ ਦੁੱਖ ਕੀ ਨੇ, ਤੇਰੀ ਬਿਪਤਾ ਕੀ ਹੈ, ਤੇਰੀ ਚਿੰਤਾ ਕੀ ਹੈ? ਕੁਝ ਵੀ ਨਹੀਂ। ਅੱਜ ਹੀ ਸੌਖਾ ਹੋ ਸਕਦਾ ਹੈ, ਅੱਜ ਹੀ ਸੁਖੀ ਹੋ ਸਕਦਾ ਹੈ, ਅੱਜ ਹੀ ਜੀਵਨ ਆਨੰਦ ਨਾਲ ਲਬਾ-ਲਬ ਭਰ ਸਕਦਾ ਹੈ ਜੇ ਜੀਵਨ ਵਿੱਚ ਕਲਾ ਗੁਰੂ ਦੀ ਵਰਤੇ। ਹੁਣ ਗੁਰੂ ਦੀ ਕਲਾ ਕਿੱਦਾਂ ਵਰਤੇਗੀ? ਇਹ ਕਲਾ ਗੁਰੂ ਦੀ ਵਰਤੇ, ਗੁਰੂ ਦੀ ਕਲਾ ਵਰਤੇਗੀ ਜਿਹੜਾ ਗੁਰੂ ਵਾਲਾ ਬਣੇਗਾ, ਗੁਰੂ ਦੀ ਮੰਨੇਗਾ, ਗੁਰੂ ਦੀ ਸੁਣੇਗਾ, ਗੁਰੂ ਦੀ ਆਗਿਆ ਨਾਲ, ਗੁਰੂ ਦੇ ਹੁਕਮ ਨਾਲ ਜੀਵਨ ਦਾ ਨਿਰਵਾਹ ਕਰੇਗਾ। ਆਪਣੀ ਮੱਤ, ਆਪਣੀ ਸਿਆਣਪ, ਆਪਣੀ ਚਤਰਾਈ ਇਹ ਨਹੀਂ ਵਰਤੇਗਾ ਤੇ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਕੇ ਰਹੇਗਾ। ਮਰਿਆਦਾ 'ਚ ਬਚਨ ਨੇ ਗੁਰੂ ਦਾ ਸਿੱਖ ਬਹਿਰੂਪੀਆ ਨਾ ਹੋਵੇ। ਕੋਈ ਫਰਕ ਨਹੀਂ ਹੈ ਕਿ ਤੁਸੀਂ ਚੰਗੇ ਆ ਕਿ ਮਾੜੇ ਆ, ਮਾੜੇ ਆ ਤਾਂ ਵੀ ਕੋਈ ਨਹੀਂ, ਮਾੜੇ ਆ ਗੁਰੂ ਕੋਲੋਂ ਹੋ ਜੇ ਹੋ ਕੇ ਰਹੋ। ਗੁਰੂ 'ਚ ਸਮਰੱਥਾ, ਗੁਰੂ ਮਾੜੇ ਨੂੰ ਚੰਗਾ ਬਣਾ ਦਿੰਦਾ, ਸਵਾਰ ਦਿੰਦਾ।
ਇੱਕੋ ਜਿਹਾ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ। ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ ਤੇ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ, ਫਿਰ ਜੀਵਨ ਵਿੱਚ ਗੁਰੂ ਦੀ ਕਲਾ ਵਰਤਦੀ ਹੈ। ਤੇ ਗੁਰੂ ਦੀ ਕਲਾ ਵਰਤਦੀ ਹੈ ਤੇ ਫਿਰ ਉਹ ਕੁਝ ਹੁੰਦਾ ਹੈ ਜੋ ਦੁਨੀਆ ਦੀ ਸੋਚ ਤੋਂ ਪਰੇ। ਆਨੰਦਗੜ੍ਹ ਕਿਲ੍ਹੇ ਨੂੰ ਘੇਰਾ ਪੈ ਗਿਆ। ਪਹਾੜੀ ਰਾਜੇ ਹਾਥੀ ਦੇ ਸੁੰਡ ਨਾਲ ਕਿਰਪਾਨ ਬੰਨ੍ਹ ਕੇ, ਮੱਥੇ 'ਤੇ ਤਵੀਆਂ ਬੰਨ੍ਹ ਕੇ ਲੈ ਕੇ ਆਏ। ਸੋਚ ਇਹ ਹੈ ਦਰਵਾਜ਼ੇ ਨੂੰ ਹਾਥੀ ਟੱਕਰ ਮਾਰੇਗਾ, ਦਰਵਾਜ਼ਾ ਟੁੱਟ ਜਾਏਗਾ, ਫੌਜ ਅੰਦਰ ਦਾਖਲ ਹੋ ਜਾਏਗੀ। ਸੂਈਏ ਨੇ ਖਬਰ ਦਿੱਤੀ ਰਾਤ ਨੂੰ। ਮਾਰੇ ਕਹਿੰਦੇ ਤਾਂ ਕੀ ਹੋਇਆ, ਸਾਡੇ ਕੋਲ ਵੀ ਹਾਥੀ ਹੈ। ਕੌਣ ਹੈ? ਦੁਨੀ ਚੰਦ। ਮਧਰਾ ਜਿਹਾ ਕੱਦ ਜਿਹਦਾ, ਮੋਟੇ ਮੋਟੇ ਪਾਟਿਆ, ਸਾਡਾ ਦੁਨੀ ਚੰਦ ਕਿਤੇ ਹਾਥੀ ਨਾਲੋਂ ਘਾਟਿਆ। ਬਾਲਟੀ ਖੀਰ ਦੀ, ਬਾਟਾ ਬਾਟਾ ਕੜਾ ਦਾ, ਕੱਲਾ ਲਪੇਟ ਜਾਂਦਾ ਹੈ। ਇਹ ਹੁਣ ਲੜੇਗਾ ਹਾਥੀ ਨਾਲ। ਉਹਨੇ ਕਿਹਾ ਮਹਾਰਾਜ ਨੇ ਮਰਵਾਉਣਾ ਹੀ ਹੁਣ ਮਹਾਰਾਜ ਨੇ ਲੈਣਾ ਹਿਸਾਬ ਕਿਤਾਬ ਪਿਛਲਾ। ਮਹਾਰਾਜ ਨੇ ਕਿਹਾ ਨਾ ਖੀਰ ਬੜੀ ਖਾਂਦਾ ਹੈ, ਹੁਣ ਪਤਾ ਲੱਗੇਗਾ। ਉਹ ਰਾਤੀ ਭੱਜ ਗਿਆ, ਦੁਨੀ ਚੰਦ ਰਾਤੀ ਭੱਜ ਗਿਆ। ਅਗਲੀ ਸਵੇਰ ਪਤਾ ਲੱਗਾ ਦੁਨੀ ਚੰਦ ਭੱਜ ਗਿਆ। ਤੇ ਸਤਿਗੁਰੂ ਕਹਿੰਦੇ ਨੇ ਫਿਰ ਹਾਥੀ ਨਾਲ ਕੌਣ ਲੜੇਗਾ? ਤੇ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਹਾਥੀ ਨਾਲ ਲੜੋਗੇ ਤੁਸੀਂ ਲੜੋਗੇ। ਦੁਨੀ ਚੰਦ ਭੱਜ ਗਿਆ, ਠੀਕ ਹੈ, ਉਹਦੀ ਸੋਚ ਆਪਣੀ ਥਾਂ ਤੇ ਠੀਕ ਹੈ ਵੀ ਬੰਦਾ ਹਾਥੀ ਦਾ ਮੁਕਾਬਲਾ ਕਿਤੇ ਕਰੇ, ਅਸੀਂ ਹਾਥੀ ਨਾਲ ਕਿਵੇਂ ਲੜੀਏ। ਤੇ ਸਤਿਗੁਰੂ ਕਹਿੰਦੇ ਫਿਰ ਮੈਨੂੰ ਲੜਨਾ ਪਏਗਾ। ਮਹਾਰਾਜ ਕਹਿੰਦੇ, ਬਚਿੱਤਰ ਸਿੰਘ ਜੀ ਕਹਿੰਦੇ ਮਹਾਰਾਜ ਹਾਂ ਤੁਸੀਂ ਲੜੋਗੇ ਹਾਥੀ। ਅੱਛਾ, ਕਹਿੰਦੇ ਫਿਰ ਠੀਕ ਹੈ, ਮੈਂ ਤਿਆਰੀ ਕਰਦਾ, ਮੈਂ ਲੜਾਂਗਾ। ਤੇ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਜਾਂ ਫਿਰ ਇੱਕ ਗੱਲ ਮਹਾਰਾਜ ਹੋਰ ਹੈ, ਇੱਕ ਹੋਰ ਵੀ ਤਰੀਕਾ ਉਹਦਾ ਕਰ ਲਈਏ। ਮਹਾਰਾਜ ਕਹਿੰਦੇ ਉਹ ਕੀ? ਸਰੀਰ ਮੇਰਾ ਤੇ ਕਲਾ ਤੁਹਾਡੀ, ਬਲ ਤੁਹਾਡਾ, ਤਾਕਤ ਤੁਹਾਡੀ, ਫਿਰ ਮੈਂ ਤਿਆਰ ਹਾਂ। ਮੈਨੂੰ ਪਤਾ ਹੈ ਮੇਰੇ ਵਿੱਚ ਤਾਕਤ ਨਹੀਂ ਹਾਥੀ ਨਾਲ ਲੜਨ ਦੀ, ਤੁਸੀਂ ਮਿਹਰ ਕਰੋ ਤੁਹਾਡੀ ਕਲਾ ਵਰਤੇ। ਤੇ ਫਿਰ ਇੱਕ ਕੀ, ਫਿਰ ਭਾਵੇਂ 100 ਹਾਥੀ ਹੋਣ ਤਾਂ ਵੀ ਕੋਈ ਨਹੀਂ। ਮਹਾਰਾਜ ਜੀ ਨੇ ਨਾਗਣੀ ਦਿੱਤੀ, ਗੁਰਥਾਪੀ ਦਿੱਤੀ, ਕੰਡ ਜੀਓ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਿਆ। ਭਾਈ ਬਚਿੱਤਰ ਸਿੰਘ ਜੀ ਨੇ ਨਠਾਇਆ ਘੋੜਾ, ਜਾ ਕੇ ਹਾਥੀ ਦੇ ਲਾਗੇ ਖਿੱਚੀ ਜ਼ੋਰ ਦੀ ਲਗਾਮ। ਘੋੜਾ ਜਿਵੇਂ ਅਗਲੇ ਪੈਰ ਚੁੱਕ ਕੇ ਪਿਛਲੇ ਪੈਰਾਂ 'ਤੇ ਖੜਾ ਹੋਇਆ, ਰਕਾਬਾਂ 'ਤੇ ਦੇ ਕੇ ਜ਼ੋਰ, ਆਪਣੇ ਆਪ ਨੂੰ ਸੰਭਾਲ ਕੇ ਭਾਈ ਬਚਿੱਤਰ ਸਿੰਘ ਸਾਹਿਬ ਜੀ ਨੇ ਸਿੰਨ ਕੇ ਨਾਗਣੀ ਮਾਰੀ ਹਾਥੀ ਦੇ ਮੱਥੇ 'ਤੇ। ਤਵੀਆਂ ਨੂੰ ਚੀਰਦੀ ਹੋਈ ਪਾਰ ਹੋ ਗਈ। ਹਾਥੀ ਝੰਗਾੜਦਾ ਪਿੱਛੇ ਮੁੜਿਆ। ਬਾਬਾ ਬਚਿੱਤਰ ਸਿੰਘ ਜੀ ਵਾਪਸ ਮੁੜੇ, ਕਿਲ੍ਹੇ ਦਾ ਦਰਵਾਜ਼ਾ ਬੰਦ ਹੋ ਗਿਆ। ਫੌਜਾਂ ਵਾਪਸ, ਤੇ ਇਧਰ ਸਿੰਘਾਂ ਨੇ ਜਕਾਰੇ ਛੱਡਣੇ ਸ਼ੁਰੂ ਕੀਤੇ। ਤੇ ਸਾਰੇ ਆਂਦੇ ਵੀ ਵਾਹ ਬਚਿੱਤਰ ਸਿੰਘ ਵਾਹ, ਕਿਆ ਹਾਥੀ ਨਾਲ ਲੜਿਆ ਤੂੰ? ਤੇ ਭਾਈ ਬਚਿੱਤਰ ਸਿੰਘ ਆਂਦੇ ਵੀ ਨਹੀਂ, ਮੈਂ ਨਹੀਂ ਲੜਿਆ ਹਾਥੀ ਨਾਲ, ਮੈਂ ਨਹੀਂ ਲੜਿਆ। ਅਸੀਂ ਵੇਖਿਆ, ਸਾਰਿਆਂ ਨੇ, ਫੌਜ ਨੇ ਵੇਖਿਆ, ਤੂੰ ਲੜਿਆ। ਉਹ ਕਹਿੰਦੇ ਬਸ ਆਹੀ ਤੇ ਗੱਲ ਹੈ, ਮੈਂ ਨਹੀਂ ਲੜਿਆ। ਹਾਥੀ ਨਾਲ ਲੜਿਆ ਗੁਰੂ, ਹਾਥੀ ਨਾਲ ਲੜੇ ਕਲਗੀਆਂ ਵਾਲੇ ਮਹਾਰਾਜ। ਮੇਰਾ ਤੇ ਕੇਵਲ ਸਰੀਰ ਵਰਤਿਆ ਗੁਰੂ ਨੇ। ਇਹ ਸਰੀਰ ਮੇਰਾ ਤੇ ਕਲਾ ਗੁਰੂ ਦੀ। ਤੇ ਜੇ ਮੈਂ ਆਖਾਂ ਸਰੀਰ ਮੇਰਾ, ਤੇ ਸਿੱਖ ਇਹ ਵੀ ਨਹੀਂ ਕਹਿ ਸਕਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਗੁਰੂ ਦੀ ਕਲਾ ਵਰਤੀ, ਗੁਰੂ ਦੀ ਕਲਾ ਵਰਤਦੀ ਹੈ। ਸਿਰ ਤੇ ਸਵਾਹ ਮਲ ਕੇ ਬੈਠਾ, ਤੰਤਰਾਂ ਮੰਤਰਾਂ ਦੀ ਦੁਨੀਆ ਵਿੱਚ ਉਲਝਿਆ ਹੋਇਆ ਮਾਧੋ ਦਾਸ ਬੈਰਾਗੀ ਭਾਈ ਗੁਰਬਖਸ਼ ਸਿੰਘ ਬੰਦਾ ਬਹਾਦਰ ਬਣ ਕੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਦਿੰਦਾ ਹੈ ਜਦੋਂ ਗੁਰੂ ਦੀ ਕਲਾ ਵਰਤਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ, ਬਹੁ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸੈ। ਕੋਈ ਬੰਦਾ ਬਹੁਤ ਯਤਨ ਕਰਦਾ ਹੋਵੇ, ਬੜਾ ਬਲਸ਼ਾਲੀ ਹੋਵੇ, ਵੱਡੇ ਵੱਡੇ ਸੂਰਮੇ, ਵੱਡੇ ਵੱਡੇ ਬਹਾਦਰ ਉਹਦੀ ਸੇਵਾ ਕਰਦੇ ਨੇ, ਵੱਡੇ ਵੱਡੇ ਸੂਰਮੇ ਉਹਦੀ ਆਗਿਆ ਵਿੱਚ ਹੋਣ। ਤੇ ਜੇ ਕੋਈ ਏਡਾ ਬਲਸ਼ਾਲੀ ਹੋਵੇ,
ਬਿਕਮ ਥਾਨ ਬਸੰਤ ਉੱਚਾ, ਔਖੀ ਥਾਂ ਤੇ ਵੱਸਦਾ ਹੋਵੇ, ਕੋਟ ਕਿਲਿਆਂ 'ਚ, ਜਿੱਥੇ ਉਹਨੂੰ ਇਹ ਹੋਵੇ ਵੀ ਦੁਸ਼ਮਣ ਇੱਥੇ ਪਹੁੰਚ ਹੀ ਨਹੀਂ ਸਕਦਾ। ਨੈ ਸਿਮਰਨ ਮਰਨ ਕਦਾਂਚਾ, ਕਦਾ ਚਿੱਤ ਵੀ ਮੌਤ ਦਾ ਜਿਹਦੇ ਮਨ ਵਿੱਚ ਖਿਆਲ ਨਾ ਹੋਵੇ ਕਿ ਕੋਈ ਮੈਨੂੰ ਮਾਰ ਸਕਦਾ। ਤੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੀ ਤਾਕਤ ਏਡੀ ਵੱਡੀ ਹੈ, ਹੋਵੰਤ ਆ ਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਿਅਤੇ। ਏਡੇ ਬਲਸ਼ਾਲੀ ਨੂੰ ਮਾਰਨ ਵਾਸਤੇ ਪਰਮਾਤਮਾ ਇੱਕ ਕੀੜੀ 'ਚ ਤਾਕਤ ਬਲ ਰੱਖ ਦੇਵੇ ਨਾ, ਤੋ ਕੀੜੀ ਉਹਦੇ ਸਾਹ ਪੀ ਜਾਵੇ ਜੇ ਪਰਮਾਤਮਾ ਚਾਹਵੇ ਤਾਂ। ਵਾਹਿਗੁਰੂ ਏਡੀ ਵੱਡੀ ਤਾਕਤ ਦਾ ਮਾਲਕ ਹੈ, ਜਿਸ ਕਾ ਸਾਸ ਨਾ ਕਾਢਤ ਆਪ। ਸਵਾਸ ਵਾਹਿਗੁਰੂ ਨੇ ਦਿੱਤੇ ਨੇ, ਤੇ ਜਿਹਦੇ ਸਵਾਸ ਵਾਹਿਗੁਰੂ ਦੇ ਘਰੋਂ ਮੁੱਕੇ ਨਹੀਂ, ਉਹਨੂੰ ਕੀ ਕਰਦਾ ਹੈ? ਤਾਂ ਕੋ ਰਾਖਤ ਦੇ ਕਰ ਹਾਥ, ਵਾਹਿਗੁਰੂ ਦੀ ਹੱਥ ਦੇ ਕੇ ਰੱਖਿਆ ਕਰਦਾ। ਬੜੇ ਬੜੇ ਵੱਡੇ ਹਾਦਸੇ ਹੁੰਦੇ ਨੇ, ਸੌਖੀ ਸੌਖੀ ਥਾਂ ਤੇ ਬੰਦਾ ਖਲੋਤਾ ਮਰ ਮੁੱਕ ਜਾਂਦਾ, ਔਖੀ ਔਖੀ ਥਾਂ ਤੋਂ ਬਚ ਕੇ ਨਿਕਲ ਆਉਂਦਾ। ਕਿਉਂ ਬਚਦਾ? ਕਿ ਵਾਹਿਗੁਰੂ ਨੇ ਅਜੇ ਉਹਦੇ ਸਵਾਸ ਬਾਕੀ ਰੱਖੇ ਨੇ, ਤੇ ਜਿਹਦੇ ਸਵਾਸ ਬਾਕੀ ਨੇ ਉਹਨੂੰ ਹੱਥ ਦੇ ਕੇ ਰੱਖਦਾ। ਮਾਨਸ ਜਤਨ ਕਰਤ ਬਹੁ ਭਾਂਤ। ਅਕਸਰ ਆਪਾਂ ਕੀ ਕਰਦੇ ਹਾਂ, ਬਾਣੀ ਨੂੰ ਪੜ੍ਹਦੇ ਨਾ ਹਰ ਇੱਕ ਗੱਲ ਦੂਸਰੇ ਤੇ ਟੁਕਾ ਕੇ ਫਿਰ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਾਨਸ ਜਤਨ ਕਰਤ ਬਹੁ ਭਾਂਤ, ਇਹਦਾ ਅਰਥ ਇਹ ਕਰਾਂਗੇ ਕਿ ਬੰਦਾ ਬੜੇ ਯਤਨ ਕਰਦਾ, ਬੰਦਾ ਬੜੇ ਯਤਨ ਕਰਦਾ। ਪਰ ਹੁਣ ਸਾਡਾ ਮਕਸਦ ਤੇ ਆਪਣੇ ਨਾਲ ਹੈ ਨਾ, ਮੇਰਾ ਮਕਸਦ ਤੇ ਮੇਰੇ ਨਾਲ ਹੈ ਨਾ, ਕੋਈ ਕੀ ਕਰਦਾ ਮੈਨੂੰ ਕੀ। ਤੇ ਮੈਂ ਇਹਦੇ ਅਰਥ ਇਸ ਤਰ੍ਹਾਂ ਸਮਝਣੇ ਨੇ ਕਿ ਮੈਂ ਆਪਣੇ ਜੀਵਨ 'ਚ ਬੜੇ ਯਤਨ ਕਰਦਾ। ਬੜੇ ਕੀ ਯਤਨ ਕਰਦਾ? ਯਤਨ ਇਹ ਕਰਦਾ ਵੀ ਮਾਇਆ ਕਿਵੇਂ ਜ਼ਿਆਦਾ ਆਵੇ, ਧਨ ਕਿਵੇਂ ਵਧੇ, ਇੱਧਰ ਦੀ ਇੱਧਰ ਕਰ, ਇੱਧਰ ਦੀ ਇੱਧਰ ਕਰ, 3 ਦੇ 13 ਕਿਵੇਂ ਹੋਣ, ਉਹਦੀ ਲੱਤ ਕਿਵੇਂ ਖਿੱਚਣੀ ਹੈ, ਉਹਦੀ ਬਾਂਹ ਕਿਵੇਂ ਖਿੱਚਣੀ ਹੈ, ਉਹਨੂੰ ਡੇਗਣਾ ਕਿਵੇਂ ਹੈ। ਆਪਾਂ ਯਤਨ ਕਰਦੇ ਹਾਂ। ਤਿਸਕੇ ਕਰਤਵ ਬਿਰਥੇ ਜਾਤ, ਤੇ ਬੰਦੇ ਦੇ ਸਾਰੇ ਆਪਣੇ ਕੀਤੇ ਯਤਨ ਵਿਅਰਥ ਜਾਂਦੇ ਨੇ। ਕਿਉਂ ਜਾਂਦੇ ਨੇ? ਕਿਉਂਕਿ ਗੁਰੂ ਦੀ ਕਲਾ ਨਹੀਂ ਵਿੱਚ ਵਰਤੀ, ਗੁਰੂ ਦਾ ਆਸਰਾ ਨਹੀਂ ਲਿਆ। ਤੇ ਯਾਦ ਰੱਖਣਾ ਗੁਰੂ ਦੀ ਕਲਾ ਹਮੇਸ਼ਾ ਚੰਗੇ ਕਰਮ ਵਿੱਚ ਚੱਲੇਗੀ ਤੇ ਵਰਤੇਗੀ। ਕਿ ਇਹਦਾ ਬੁਰਾ ਕਰਨ ਵਿੱਚ ਗੁਰੂ ਦੀ ਕਲਾ ਨਹੀਂ ਵਰਤਦੀ। ਜਿਹਦਾ ਸਿਧਾਂਤ ਹੀ ਸਰਬੱਤ ਦਾ ਭਲਾ ਹੋਵੇ, ਦੂਸਰੇ ਦਾ ਬੁਰਾ ਕਰਨ ਵਿੱਚ ਗੁਰੂ ਦੀ ਕਲਾ ਨਹੀਂ ਵਰਤੇਗੀ। ਗੁਰੂ ਦੀ ਕਲਾ ਉਦੋਂ ਵਰਤੇਗੀ ਜਦੋਂ ਤੇਰੇ ਕਦਮ ਨੇਕ ਕਰਮ ਕਰਨ ਵਾਸਤੇ ਵਧਣਗੇ। ਆਪਾਂ ਬੜੇ ਯਤਨ ਕਰਦੇ ਹਾਂ, ਯਤਨ ਵਿਅਰਥ ਜਾਂਦੇ ਨੇ। ਕਿਉਂ? ਇੱਕ ਯਤਨ ਠੀਕ ਨਹੀਂ, ਇੱਕ ਆਸਰਾ ਗੁਰੂ ਦਾ ਨਹੀਂ। ਮਾਰੈ ਨਾ ਰਾਖੈ ਅਵਰ ਨਾ ਕੋਈ। ਵਾਹਿਗੁਰੂ ਪਰਮੇਸ਼ਰ ਤੋਂ ਵੱਧ ਭਰੋਸਾ ਅਸੀਂ ਬੰਦਿਆਂ 'ਤੇ ਰੱਖਦੇ ਹਾਂ, ਤਾਕਤਾਂ 'ਤੇ ਰੱਖਦੇ ਹਾਂ, ਅਹੁਦਿਆਂ 'ਤੇ ਰੱਖਦੇ ਹਾਂ। ਮਾੜਾ ਜਿਹਾ ਸੇਕ ਲੱਗਦਾ ਨਾ, ਮਾੜਾ ਜਿਹਾ, ਤੇ ਭੱਜ ਤੁਰਦੇ ਆ, ਕਦੇ ਉਹਦੀ ਸ਼ਰਨ 'ਚ, ਕਦੇ ਉਹਦੀ ਸ਼ਰਨ, ਕਿ ਉਹਦੀ ਸ਼ਰਨ। ਉਹਨੂੰ ਫੋਨ ਕਰ, ਉਹਨੂੰ ਕਰ, ਉਹਨੂੰ ਕਰ ਦੇਣਾ। ਹੁਣ ਮੈਂ ਫਸਿਆ ਜੀ, ਮੇਰੀ ਮਦਦ ਕਰੋ ਤੁਸੀਂ। ਭੱਜਦੇ ਹਨ। ਮੈਂ ਹੁਣ ਫਸ ਗਿਆ ਜੀ, ਮੇਰੀ ਸਹਾਇਤਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਪਰਮੇਸ਼ਰ ਤੋਂ ਬਿਨਾਂ ਤੇਰਾ ਕੋਈ ਮਦਦਗਾਰ ਨਹੀਂ। ਤੇ ਨਾਲੇ ਵੈਸੇ ਹੀ ਬਚਨ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਬੰਦਾ ਭੱਜਦਾ ਆਸੇ ਪਾਸੇ, ਤੇ ਜੇ ਆਸੇ ਪਾਸੇ ਭੱਜਣਾ ਛੱਡ ਕੇ ਇੱਕ ਮਾਲਕ ਦੀ ਸ਼ਰਨ 'ਚ ਆ ਜਾਏ ਤੇ ਲੋੜ ਹੀ ਨਾ ਪਏ ਕਿਸੇ ਪਾਸੇ ਜਾਣ ਦੀ। ਹੋ ਮਾਨੁ ਕੀ ਟੇਕ ਬਿਰਥੀ ਸਭ ਜਾਣ, ਜੇ ਕਿਤੇ ਸਮਝ ਆ ਗਈ ਹੋਵੇ। ਮਾਰੈ ਨਾ ਰਾਖੈ ਅਵਰ ਨਾ ਕੋਈ। ਰੱਬ ਪਰਮੇਸ਼ਰ ਤੋਂ ਬਿਨਾਂ ਨਾ ਤੈਨੂੰ ਕੋਈ ਮਾਰ ਸਕਦਾ, ਰੱਬ ਮਾਰੇ ਤੇ ਕੋਈ ਰੱਖ ਨਹੀਂ ਸਕਦਾ।
ਸਰਬ ਜੀਆਂ ਕਾ ਰਾਖਾ ਸੋਏ। ਸਾਰਿਆਂ ਦਾ ਰਾਖਾ ਉਹ ਵਾਹਿਗੁਰੂ ਹੈ, ਉਹ ਵਾਹਿਗੁਰੂ ਹੈ। ਕਾਹੇ ਸੋਚ ਕਰੇ ਰੇ ਪ੍ਰਾਣੀ, ਇਹ ਬੰਦਿਆ, ਇਹ ਮਨਾ, ਕੀ ਸੋਚਾਂ ਵਿੱਚ ਪਿਆ ਹੈ, ਕੀ ਚਿੰਤਾ ਕਰਦਾ ਹੈ, ਕੀ ਸੋਚਾਂ ਸੋਚੀ ਜਾਂਦਾ? ਤੇਰੇ ਸੋਚਣ ਨਾਲ ਕੁਝ ਹੋਇਆ ਅਜੇ ਤੱਕ? ਪਿਆ ਬਿਸਤਰੇ ਤੇ ਹੈ, ਸੋਚ ਵਿੱਚ ਧੰਦਾ, ਸੋਚ ਵਿੱਚ ਪੈਸਾ, ਉਹਦੇ ਕੋਲ ਨੂੰ ਇੰਨਾ ਦਿੱਤਾ ਡੁੱਬ ਗਿਆ, ਉਹਦੇ ਕੋਲ ਲੈਣਾ ਹੈ ਮਿਲਦਾ ਨਹੀਂ, ਇੰਨੀਆਂ ਲੋੜਾਂ ਨੇ ਕਿੱਥੋਂ ਪੂਰੀਆਂ ਹੋਣਗੀਆਂ। ਪਿਆ ਬਿਸਤਰੇ ਤੇ ਹੈ, ਧਿਆਨ ਕਿਤੇ ਆ। ਤੇ ਤੇਰੀ ਉਸ ਚਿੰਤਾ ਨਾਲ ਕੁਝ ਸੌਰਨ ਵਾਲਾ, ਕੁਝ ਸੌਰਨ ਵਾਲਾ ਨਹੀਂ, ਕੱਖ ਨਹੀਂ ਹੋ ਸਕਦਾ। ਕਾਹੇ ਸੋਚ ਕਰੇ ਰੇ ਪ੍ਰਾਣੀ। ਹੁਣ ਸਤਿਗੁਰੂ ਤਾਂ ਹੀ ਤੇ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵ ਹੈ ਜਲ ਥਲ ਜਨਤਾ ਸਭ ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਚਿੰਤਾ ਨਾ ਕਰ, ਚਿੰਤਨ ਕਰ, ਅਰਦਾਸ ਕਰ। ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇ ਜੇ ਅਰਦਾਸ ਕਰਕੇ ਵੀ ਤੇਰੀ ਚਿੰਤਾ ਦੂਰ ਨਹੀਂ, ਤੇ ਫਿਰ ਪਹਿਲੀ ਕਮੀ ਹੈ ਵੀ ਅਰਦਾਸ ਤੇ ਤੈਨੂੰ ਭਰੋਸਾ ਨਹੀਂ, ਅਰਦਾਸ ਤੇ ਯਕੀਨ ਨਹੀਂ, ਫਿਰ ਗੁਰੂ ਤੇ ਭਰੋਸਾ ਨਹੀਂ, ਫਿਰ ਗੁਰੂ ਤੇ ਯਕੀਨ ਨਹੀਂ। ਤੇ ਭਰੋਸੇ ਤੋਂ ਬਿਨਾਂ ਤੇ ਬੇੜਾ ਬੰਨੇ ਲੱਗਣਾ ਨਹੀਂ ਨਾ, ਭਰੋਸੇ ਤੋਂ ਬਿਨਾਂ ਤੇ ਗੱਲ ਨਹੀਂ ਨਾ ਬਣਨੀ। ਇੱਕ ਆਮ ਡਾਕਟਰ ਕੋਲ ਆਪਾਂ ਜਾ ਕੇ ਆਪਣਾ ਹਵਾਲੇ ਕਰ ਦਿੰਦੇ ਆ, ਉਹ ਚੀਰਦਾ, ਫਾੜਦਾ, ਕੀ ਕੁਝ ਅੰਦਰੋਂ ਕੱਢਦਾ, ਰੱਖਦਾ, ਸਾਨੂੰ ਬੇਸੁਰਤ ਕਰ ਦਿੰਦਾ ਹੈ, ਲਿਖ ਕੇ ਵੀ ਦੇ ਦਿੰਦੇ ਆ, ਸਾਈਨ ਵੀ ਕਰ ਦਿੰਦੇ ਆ, ਪਰਿਵਾਰ ਵਾਲੇ ਵੀ ਲਿਖ ਕੇ ਦਿੰਦੇ ਆ। ਇੱਕ ਡਾਕਟਰ 'ਤੇ ਭਰੋਸਾ ਕਰ ਸਕਦੇ ਆ, ਦੀਨ ਦੁਨੀ ਦੇ ਮਾਲਕ 'ਤੇ ਨਹੀਂ ਕਰ ਸਕਦੇ, ਪਰਮੇਸ਼ਰ 'ਤੇ ਨਹੀਂ ਕਰ ਸਕਦੇ। ਮੇਰਾ ਵਾਹਿਗੁਰੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ, ਉੱਤੇ ਭਰੋਸਾ ਰੱਖ। ਜਪ ਨਾਨਕ ਪ੍ਰਭ ਅਲਖ ਵਿਡਾਣੀ। ਉਸ ਪਰਮੇਸ਼ਰ ਮਾਲਕ ਨੂੰ ਜਿਹੜਾ ਅਲੱਖ ਲਖਿਆ ਨਹੀਂ ਜਾ ਸਕਦਾ, ਜਿਹਦਾ ਬਿਆਨ ਨਹੀਂ ਹੋ ਸਕਦਾ, ਵਿਡਾਣੀ, ਜਿਹਦੇ ਕੌਤਕ ਅਚਰਜ ਨੇ, ਹੈਰਾਨ ਕਰਨ ਵਾਲੇ ਕੌਤਕ ਨੇ। ਜੋ ਨਹੀਂ ਹੋ ਸਕਦਾ ਉਹ ਕਰਦਾ, ਜੋ ਹੋ ਸਕਦਾ ਉਹ ਹੋਣ ਨਹੀਂ ਦਿੰਦਾ। ਜਲ ਤੇ ਤਲ ਕਰ, ਤਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਪਰਮੇਸ਼ਰ ਦੀ ਕਲਾ ਵਰਤਦੀ ਕੁਝ ਵੀ ਹੋ ਸਕਦਾ ਹੈ। ਆ 4 ਮਹੀਨੇ ਪਹਿਲਾਂ ਆਪਾਂ ਅਖਬਾਰਾਂ ਵਿੱਚ, TV 'ਚ ਵੇਖਿਆ, ਪੜ੍ਹਿਆ, ਬਿਹਾਰ ਦਾ ਇੱਕ ਪਿੰਡ ਦਾ ਬੱਚਾ, ਇੱਕ ਪਿੰਡ ਦਾ ਬੱਚਾ ਪੜ੍ਹਿਆ ਲਿਖਿਆ ਸੀ, ਉਹਦੇ ਦਿਮਾਗ 'ਚ ਕੋਈ ਇਹ ਕਲਾ ਗੁਰੂ ਦੀ ਹੈ ਨਾ, ਇਹ ਤਾਕਤ ਗੁਰੂ ਦਿੰਦਾ ਹੈ ਨਾ। ਉਹਨੇ ਗੂਗਲ ਨੂੰ ਹੈਕ ਕਰ ਲਿਆ, ਕੁਝ ਸੈਕਿੰਡ ਵਾਸਤੇ ਉਹਨੇ ਹੈਕ ਕਰਕੇ ਉਹਨੂੰ ਛੱਡਤਾ, ਤੇ ਨਾਲ ਹੀ ਉਹਨਾਂ ਨੂੰ ਸੁਨੇਹਾ ਭੇਜਦਾ ਵੀ ਮਿੱਤਰੋ ਤੁਹਾਡੀ ਆ ਕਮੀ ਜੇ, ਤੇ ਆਪ ਸੌਂ ਗਿਆ ਇੰਨਾ ਕੁ ਕਰਕੇ। ਤੇ ਅਗਲੇ ਦਿਨ ਦੁਨੀਆ 'ਚ ਤਰਥੱਲੀ ਮੱਚ ਗਈ, ਦੁਨੀਆ 'ਚ ਤਰਥੱਲੀ ਮੱਚ ਗਈ। ਤੇ ਉਹਨਾਂ ਨੇ ਕਿਹਾ ਵੀ ਭਾਜੀ ਤੁਸੀਂ ਕਿੱਥੇ ਰਹਿੰਦੇ ਹੋ? ਤੇ ਉਹ ਬਿਹਾਰ ਦੇ ਇੱਕ ਪਿੰਡ 'ਚ, ਤੇ ਉਹਨੇ ਕਿਹਾ ਜੀ ਤੁਸੀਂ ਤਾਂ ਇੱਥੇ ਆਓ ਸਾਡੇ ਕੋਲ, ਤੁਹਾਡੀ ਤਾਂ ਸਾਨੂੰ ਲੋੜ ਹੈ। ਸਾਡੇ ਏਡੇ ਏਡੇ ਵੱਡੇ ਪੜ੍ਹੇ ਲਿਖੇ ਦੁਨੀਆ ਤੋਂ ਇੱਥੇ ਆਏ, ਇਕੱਠੇ ਕੀਤੇ, ਉਹਨਾਂ ਨੂੰ ਉਹ ਸਮਝ ਨਾ ਆਈ ਜੋ ਤੁਸੀਂ। ਤੇ ਜਿਹੜਾ ਬੰਦਾ ਕਿਤੇ ਟ੍ਰੇਨ 'ਚ AC 'ਚ ਨਹੀਂ ਸੀ ਸਫ਼ਰ ਕੀਤਾ, ਉਹ ਚਾਰਟਰਡ ਪਲੇਨ 'ਤੇ ਅਮਰੀਕਾ ਗਿਆ। ਆਪਾਂ ਵੇਖਿਆ ਨਾ, ਇਹ ਸੁਣਿਆ ਨਾ ਸਾਰਿਆਂ ਨੇ ਤੁਸੀਂ। ਉਹ ਉਹਦੇ ਕੋਲ ਪਾਸਪੋਰਟ ਵੀ ਨਹੀਂ ਸੀ, ਝੱਟ ਉਹਦਾ ਪਾਸਪੋਰਟ ਬਣਿਆ, ਸਭ ਕੁਝ ਹੋਇਆ। ਵਾਹਿਗੁਰੂ ਕੀ ਨਹੀਂ ਕਰਦਾ, ਕੀ ਨਹੀਂ ਕਰਦਾ, ਕੀ ਨਹੀਂ ਹੋ ਸਕਦਾ। ਸਭ ਕੁਝ ਹੁੰਦਾ ਹੈ ਜਦੋਂ ਮੇਰਾ ਮਾਲਕ ਮਿਹਰ ਕਰੇ, ਸਿਰ ਤੇ ਹੱਥ ਰੱਖੇ ਤੇ ਸਭ ਕੁਝ ਹੁੰਦਾ ਹੈ। ਗੁਰੂ ਸਿਰ ਤੇ ਹੱਥ ਰੱਖੇ ਤੇ ਬੰਦਾ ਸਵਾਹ ਨੂੰ ਹੱਥ ਪਾਵੇ ਤੇ ਸੋਨਾ ਹੋ ਜਾਂਦਾ ਹੈ। ਤੇ ਗੁਰੂ ਦੀ ਕਲਾ ਨਹੀਂ ਵਰਤੀ ਤੇ ਸੋਨਾ ਵੀ ਹੋਵੇ, ਜੇ ਸੋਨੇ ਨੂੰ ਉਹ ਹੱਥ ਪਾਵੇ ਤਾਂ ਕੇਹੂ ਛੇਤੀ ਰਲ ਗਿਆ। ਜਪ ਨਾਨਕ ਪ੍ਰਭ ਅਲਖ ਵਿਡਾਣੀ।
ਜਿੰਨੇ ਗਮ, ਜਿੰਨੀ ਫਿਕਰ, ਜਿੰਨੀ ਚਿੰਤਾ 'ਚ, ਜਾਂ ਇਸ ਤਰ੍ਹਾਂ ਕਹਿ ਲਓ ਵੀ ਜਿੰਨਾ ਖੁੱਭ ਕੇ ਧਿਆਨ ਲਾ ਕੇ ਚਿੰਤਾ ਕਰਦਾ ਹੈ, ਜਿੰਨਾ ਖੁੱਭ ਕੇ ਧਿਆਨ ਲਾ ਕੇ ਫਿਕਰ ਕਰਦਾ ਹੈ, ਜੇ ਕਿਤੇ ਇੰਨਾ ਖੁੱਭ ਕੇ ਅਰਦਾਸ ਕਰ ਲਵੇਂ, ਇੰਨਾ ਖੁੱਭ ਕੇ ਬਾਣੀ ਪੜ੍ਹ ਲੇ, ਇੰਨਾ ਖੁੱਭ ਕੇ ਚਿੰਤਨ ਕਰ ਲਵੇਂ, ਤੇ ਸਤਿਗੁਰੂ ਕਹਿੰਦੇ ਨੇ ਵੀ ਮਾਲਕ ਇੱਕ ਖਿਨ ਮਾਤਰ ਵਿੱਚ ਤੇਰੇ ਸਾਰੇ ਦੁੱਖ, ਤੇਰੇ ਕਸ਼ਟ ਦੂਰ ਕਰ ਦੇ। ਰੋਜ਼ ਰੋਜ਼ ਦੇ ਝਗੜੇ ਝਮੇਲੇ ਮੁੱਕ ਜਾਣ। ਅਗਲਾ ਪਦ, ਬਾਰੰਬਾਰ ਬਾਰ ਪ੍ਰਭ ਜਪੀਐ। ਪਰਮੇਸ਼ਰ ਪਰਮਾਤਮਾ ਨੂੰ ਕਿੰਨਾ ਕੁ ਜਪਣਾ, ਕਿੰਨੀ ਵਾਰ ਜਪਣਾ। ਸਾਡੇ 'ਚ ਨਵੀਆਂ ਨਵੀਆਂ ਰੋਹ ਰੀਤਾਂ ਹੁੰਦੀਆਂ ਨੇ, ਨਵੇਂ ਨਵੇਂ ਤਰੀਕੇ ਆਉਂਦੇ ਨੇ, ਨਵੇਂ ਨਵੇਂ। ਤੇ ਜਿਹੜਾ ਸਭ ਤੋਂ ਵੱਡਾ ਤੀਰ ਮਾਰਦੇ ਆ ਨਾ ਆਪਾਂ, ਸਭ ਤੋਂ ਵੱਡਾ ਉਹ ਕੀ ਹੈ? ਉਹ ਹੈ ਚਲੀਸਾ। ਚਲੀਸਾ ਤੁਹਾਡੇ 'ਚੋਂ ਬਹੁਤ ਸਾਰੇ ਹੁਣ ਕਰ ਰਹੇ ਹੋਣਗੇ, ਕਈਆਂ ਨੇ ਪਹਿਲਾਂ ਕਰ ਚੁੱਕੇ ਹੋਣਗੇ, ਕਈਆਂ ਨੇ ਸੁੱਖਿਆ ਹੋਵੇਗਾ ਜੇ ਅੱਗੇ ਕਰਨਾ ਹੋਣਾ। ਚਲੀਸਾ ਹੱਥ ਜੋੜ ਕੇ ਬੇਨਤੀ ਹੈ। ਇਹ ਧਾਰਨਾ ਨਹੀਂ ਲੋਕ ਕੀ ਕਰਦੇ ਨੇ, ਕਿੱਦਾਂ ਕਰਦੇ ਨੇ, ਕਿਉਂ ਕਰਦੇ। ਸਾਡੇ ਕੋਲ ਪੈਮਾਨਾ ਗੁਰਬਾਣੀ ਤੇ ਰਹਿਤ ਮਰਿਆਦਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਮਰਿਆਦਾ 'ਚ ਇੱਕ ਬਚਨ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਪੜ੍ਹ ਕੇ ਵੇਖਿਓ ਵੀ ਸਾਨੂੰ ਦੱਸਦੀ ਸਿੱਖ ਨੇ ਚਲੀਸਾ ਕਰਨਾ। ਚਲੀਸਾ। ਔਰ ਮੈਨੂੰ ਹੈਰਾਨੀ ਹੁੰਦੀ ਹੈ, ਇੱਕ ਅਸੀਂ ਆ ਜਿਹੜੇ ਸ਼ੌਕ ਨਾਲ, ਮਜਬੂਰੀ ਨਾਲ ਨਹੀਂ, ਸ਼ੌਕ ਨਾਲ ਦੂਸਰੇ ਹੋਰ ਧਰਮਾਂ ਦੇ ਗੁਣਾਂ ਨੂੰ ਅਡੋਪਟ ਕਰਦੇ ਆ। ਸ਼ੌਕ ਨਾਲ, ਕੋਈ ਸਮਝ ਨਹੀਂ, ਕੋਈ ਪਤਾ ਨਹੀਂ, ਹੱਥ 'ਚ ਕੜਾ ਪਾਇਆ, ਨਾਲ ਮੌਲੀ ਵੀ ਬੰਨ੍ਹ ਲਈ। ਜੇ ਕੋਈ ਪੁੱਛੇ ਵੀ ਇਹ ਕਿਉਂ, ਅੱਗੋਂ ਹੱਸ ਕੇ ਵਿਖਾ ਦੇਣੇ, ਪਤਾ ਹੀ ਨਹੀਂ, ਹਾਸੇ ਪਾਣੀ। ਗੁਰਦੁਆਰੇ ਮੱਥਾ ਵੀ ਟੇਕਣ ਆਇਆ, ਕਿਤੇ ਤਿਲਕ ਵੀ ਲਵਾਇਆ, ਵੀਰਵਾਰ ਨੂੰ ਕਿਤੇ ਚਾਦਰ ਵੀ ਚੜ੍ਹਾਏਗਾ, ਕਿ ਪਿੱਪਲ ਨੂੰ ਧਾਗਾ ਵੀ ਲਪੇਟਾਏਗਾ, ਕੋਈ ਕੰਮ ਨਹੀਂ ਛੱਡਦਾ। ਤੇ ਸ਼ੌਕ ਸ਼ੌਕ ਨਾਲ, ਸ਼ੌਕ ਸ਼ੌਕ ਨਾਲ ਅਸੀਂ ਦੂਸਰੀਆਂ ਜ਼ੁਬਾਨਾਂ ਲੈ ਲਈਆਂ, ਸ਼ੌਕ ਸ਼ੌਕ ਨਾਲ ਆਪਣੀ ਮਾਂ ਬੋਲੀ ਮਾਰ ਲਈ, ਸ਼ੌਕ ਨਾਲ। ਮਜਬੂਰੀ ਨਹੀਂ ਹੈ, ਸ਼ੌਕ ਹੈ। ਸ਼ੌਕ ਨਾਲ ਹਿੰਦੀ ਬੋਲਦੇ ਆ ਨਿਆਣਿਆਂ ਦੇ, ਸ਼ੌਕ ਨਾਲ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਵੱਡਾ ਉਪਰਾਲਾ ਕੀਤਾ ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ 'ਚ, ਪੂਰੀ ਦਿੱਲੀ 'ਚ ਕੈਂਪ ਲਾਏ। ਔਰ ਜੋ ਰਿਜ਼ਲਟ ਸਾਹਮਣੇ ਨਿਕਲ ਕੇ ਆਇਆ, ਉਹਨੇ ਹੈਰਾਨ ਕਰ ਦਿੱਤਾ, ਅਸੀਂ ਖੁਦ ਹੈਰਾਨ ਹੋਏ। ਇਹ ਬੱਚੇ ਜਿਹੜੇ ਨੇ ਨਾ ਸਾਡੇ, ਇਹਨਾਂ ਨਿਆਣਿਆਂ ਦਾ ਕਿਤੇ ਕੋਈ ਕਸੂਰ ਨਹੀਂ। ਜੋ ਰਿਜ਼ਲਟ ਆਇਆ ਉਹ ਸਾਡੇ ਲਈ ਇਹ ਆਇਆ ਕਿ ਬੱਚਿਆਂ ਦਾ ਕਿਤੇ ਕੋਈ ਕਸੂਰ ਨਹੀਂ, ਕਸੂਰ ਸਾਡਾ ਹੈ। ਇੱਕ ਇੱਕ ਹਫ਼ਤਾ ਬੱਚੇ ਗੁਰਮਤਿ ਕੈਂਪ ਵਿੱਚ ਆਏ, ਕਿੰਨੀਆਂ ਕਿੰਨੀਆਂ ਬਾਣੀਆਂ ਕੰਠ ਕਰ ਗਏ। ਸੁਚੱਜੀ, ਕੁਚੱਜੀ, ਗੁਣਵੰਤੀ। 26 ਤਰੀਕ ਨੂੰ ਤੁਸੀਂ ਵੇਖਿਆ ਨਾ, ਕੀਰਤਨ ਕਰਨ ਲੱਗ ਗਏ। 10 ਗੁਰੂ ਸਾਹਿਬਾਂ ਦੇ ਨਾਂ, ਨਿੱਕੇ ਨਿੱਕੇ ਬੱਚੇ, 4-4 ਸਾਲ ਦਾ ਬੱਚਾ। ਔਰ ਹੋਰ ਖੁਸ਼ੀ ਦੀ ਗੱਲ ਕਿ ਉਹਨਾਂ ਗੁਰਮਤਿ ਕੈਂਪਾਂ ਵਿੱਚ ਗੁਰੂ ਘਰ ਨਾਲ ਜੁੜੇ ਸਹਿਜਧਾਰੀ ਪਰਿਵਾਰ, ਹਿੰਦੂ ਪਰਿਵਾਰ, ਉਹਨਾਂ ਨੇ ਆਪਣੇ ਬੱਚੇ ਭੇਜੇ, ਇਹਨਾਂ ਨੂੰ ਬਾਣੀ ਦੀ ਸਮਝ ਆਵੇ। 6000 ਦੇ ਨੇੜੇ ਤਕਰੀਬਨ ਉਹ ਦਿਨ ਇਕੱਠ ਹੋਇਆ 26 ਤਰੀਕ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ। ਤੇ ਜਿਨ੍ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਉਣ ਦੀ ਜਾਂ ਕਿਸੇ ਵੀ ਰੂਪ ਵਿੱਚ ਸੇਵਾ ਕੀਤੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਖਾਸ ਕਰਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ ਸਾਹਿਬ, ਉਹਨਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਸੀ। ਕਿਉਂਕਿ ਆਪਣੇ ਕੋਲ ਨਾ ਇੱਕ ਗੱਲਾਂ ਨੇ, ਜਿੱਥੇ ਵੀ 4 ਜਣੇ ਬੈਠਾਂਗੇ ਨਾ ਆਪਾਂ ਗੱਲਾਂ ਕਰਾਂਗੇ। ਸਾਡੇ ਕੋਲ ਐਡਾ ਵੱਡਾ ਖਜ਼ਾਨਾ ਹੈ ਮਹਾਰਾਜ ਦੀ ਬਾਣੀ ਦਾ, ਅਸੀਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ। ਇਹ ਡਾਇਲੋਗ ਹੈ ਰਟਿਆ ਪਿਟਿਆ, ਜਿੱਥੇ 4 ਜਣੇ ਬੈਠਾਂਗੇ ਨਾ, ਅਸੀਂ ਆਹ ਡਾਇਲੋਗ ਵਰਤਾਂਗੇ, ਦੱਸ ਹੀ ਨਹੀਂ ਸਕੇ। ਚੇਅਰਮੈਨ ਸਾਹਿਬ ਨੇ ਉਪਰਾਲਾ ਕੀਤਾ ਕਿ ਅਸੀਂ ਦੱਸ ਹੀ ਨਹੀਂ ਸਕੇ। ਕਿਉਂ ਨਹੀਂ ਦੱਸ ਸਕੇ? ਦੱਸੀਏ। ਜਦੋਂ ਤੁਰੇ ਫਿਰ ਬੱਚਿਆਂ ਨੇ ਬੜੇ ਸ਼ੌਂਕ ਨਾਲ ਗੁਰਮੁਖੀ ਸਿੱਖੀ, ਸ਼ੌਂਕ ਨਾਲ ਭੱਜ ਭੱਜ ਕੇ ਆਏ। ਗੁਰਮੁਖੀ ਦੇ ਅੱਖਰ ਸਿੱਖੇ, 35 ਸਿੱਖੀ, ਮਹਾਰਨੀ ਸਿੱਖੀ, ਕਵਿਤਾਵਾਂ ਸਿੱਖੀਆਂ, ਬਾਣੀ ਸਿੱਖੀ, ਕੀਰਤਨ ਸਿੱਖਿਆ, ਇਤਿਹਾਸ ਸਿੱਖਿਆ।
ਕੇਵਲ ਮਹੀਨੇ ਡੇਢ ਮਹੀਨੇ ਵਿੱਚ ਬੱਚੇ ਇੰਨਾ ਕੁਝ ਸਿੱਖ ਗਏ। ਤੇ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ, ਰਾਤੀ ਗੁਰਦੁਆਰਾ ਬੰਗਲਾ ਸਾਹਿਬ ਸਾਰਿਆਂ ਦਾ ਚੇਅਰਮੈਨ ਸਾਹਿਬ ਨੇ ਸਨਮਾਨ ਕੀਤਾ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਚਨਬੱਧ ਹੈ ਇਸ ਗੱਲ ਲਈ ਕਿ ਹਰ ਸਿੱਖ ਦੇ ਬੱਚੇ ਦੇ ਸਿਰ ਤੇ ਜੂੜਾ ਤੇ ਜ਼ਬਾਨ ਤੇ ਊੜਾ ਲਾਜ਼ਮੀ ਹੋਵੇ। ਤੇ ਜੇ ਕਸੂਰ ਹੈ ਨਾ, ਇਹ ਮਾਪਿਓ ਦਾ ਕਸੂਰ ਹੈ, ਮਾਪਿਓ ਦਾ। ਮਾਪਿਓ ਘਰਾਂ 'ਚ ਸ਼ੌਂਕ ਨਾਲ ਹਿੰਦੀ ਬੋਲਦੇ ਨੇ, ਨਿਆਣੇ ਨੂੰ ਸਿਖਾਉਂਦੇ ਨੇ, ਨਿਆਣੇ ਉਹੀ ਸੁਣ ਸੁਣ ਕੇ ਉਹ ਬੋਲਦੇ ਨੇ, ਸ਼ੌਂਕ ਨਾਲ। ਤੇ ਜੇ ਅਸੀਂ ਥੋੜ੍ਹੇ ਜਿਹੇ ਸੁਚੇਤ ਹੋਈਏ, ਮੇਰੇ ਆਪਣੇ ਨਾਲ ਹੋਇਆ। ਸਕੂਲ ਵਾਲਿਆਂ ਨੇ ਮੈਨੂੰ ਬੁਲਾਇਆ, ਕਹਿੰਦੇ ਜੀ ਤੁਹਾਡੀ ਬੱਚੀ ਦੀ ਕੰਪਲੇਂਟ ਹੈ। ਮੈਂ ਕਿਹਾ ਵੀ ਕੋਈ ਹੋਏਗੀ ਦੱਸੋ। ਪਹਿਲੀ 'ਚ ਬੱਚੀ, ਉਹ ਕਹਿੰਦੇ ਇਹਨੂੰ ਅੰਗਰੇਜ਼ੀ ਨਹੀਂ ਚੰਗੀ ਤਰ੍ਹਾਂ ਆਉਂਦੀ। ਮੈਂ ਕੋਈ ਨਹੀਂ। ਹਿੰਦੀ ਨਹੀਂ ਚੰਗੀ ਤਰ੍ਹਾਂ ਸਮਝਦੀ। ਮੈਂ ਕਿਹਾ ਇਹਦੀ ਵੀ ਕੋਈ ਗੱਲ ਨਹੀਂ। ਕਹਿੰਦੇ ਪੰਜਾਬੀ ਬੋਲਦੀ ਤੇ ਪੂਰੀ ਠੇਠ। ਮੈਂ ਕਿਹਾ ਉਹ ਕਿੱਦਾਂ? ਕਿ ਦਰਵਾਜ਼ਾ ਨਹੀਂ ਆਉਂਦੀ, ਬੂਹਾ ਆਉਂਦੀ ਹੈ, ਬੂਹਾ। ਤੇ ਪਹਿਲਾਂ ਵੇਖਦੇ ਹਾਂ ਵੀ ਬੂਹਾ ਕਿਹਨੂੰ ਆਉਂਦੀ। ਤੇ ਮੈਨੂੰ ਖੁਸ਼ੀ ਇਸ ਗੱਲ ਦੀ। ਕਹਿੰਦੇ ਨਹੀਂ ਤੁਸੀਂ ਗੌਰ ਕਰੋ ਇਹਦੇ 'ਤੇ, ਜੇ ਕੋਈ ਇੰਗਲਿਸ਼ ਬੋਲ ਸਕਦਾ ਇਹਦੇ ਨਾਲ ਇੰਗਲਿਸ਼ ਬੋਲੇ, ਘਰ 'ਚ ਹਿੰਦੀ ਬੋਲੋ। ਮੈਂ ਕਿਹਾ ਭੈਣ ਜੀ ਹੱਥ ਜੋੜ ਕੇ ਬੇਨਤੀ, ਇਹ ਤੁਹਾਡਾ ਕੰਮ ਇਹਨੂੰ ਸਿਖਾਉਣਾ, ਤੁਸੀਂ ਸਿਖਾਓ, ਸਾਡਾ ਕੰਮ ਨਹੀਂ। ਮੈਨੂੰ ਖੁਸ਼ੀ ਹੈ ਵੀ ਜੋ ਸਾਡਾ ਕੰਮ ਹੈ ਅਸੀਂ ਉਹ ਪੂਰਾ ਕੀਤਾ। ਮੇਰੇ ਘਰ ਵਿੱਚ ਪਾਬੰਦੀ ਹੈ, ਅਸੀਂ ਘਰ 'ਚ ਕੋਈ ਹੋਰ ਭਾਸ਼ਾ ਨਹੀਂ ਬੋਲਦੇ, ਅਸੀਂ ਪੰਜਾਬੀ ਬੋਲਣੀ। ਤੇ ਨਿਆਣਿਆਂ ਨੇ ਸਿੱਖੀ। ਤੇ ਆ ਠੇਠ ਖੜੀ ਬੋਲੀ ਜੋ ਹੀ ਬੋਲਦੇ ਆ, ਇਹ ਨਿਆਣੇ ਸਿੱਖੇ, ਸੁਣ ਸੁਣ ਕੇ ਸਿੱਖੇ। ਹਿੰਦੀ ਅੰਗਰੇਜ਼ੀ ਇਸੇ ਲਈ ਤੇ ਸਕੂਲੇ ਭੇਜਿਆ, ਤੁਸੀਂ ਸਿਖਾਓ। ਫੀਸ ਕਾਹਦੀ ਦਿੰਦੇ, ਤੁਸੀਂ ਸਿਖਾਓ। ਘਰ 'ਚ ਅਸੀਂ ਨਹੀਂ ਬੋਲਣੀ, ਇਹ ਨਹੀਂ ਹੋ ਸਕਦਾ। ਅਸੀਂ ਘਰ 'ਚ ਨਹੀਂ ਬੋਲਣਾ। ਹੁਣ ਜਦੋਂ ਅਸੀਂ ਘਰ 'ਚ ਸ਼ੌਂਕ ਨਾਲ ਕਰਦੇ ਹਾਂ ਤੇ ਪਤਾ ਹੀ ਨਾ ਲੱਗਾ, ਸ਼ੌਂਕ ਕਰਦੇ ਕਰਦੇ ਸਿਰ ਤੋਂ ਦਸਤਾਰ ਚਲੀ ਗਈ, ਸ਼ੌਂਕ ਨਾਲ ਸਿਰ ਤੇ ਟੋਪੀ ਆ ਗਈ। ਸ਼ੌਂਕ ਨਾਲ ਮਾਂ ਬੋਲੀ ਵਿਸਰ ਗਈ, ਜ਼ਬਾਨ ਤੇ ਹੋਰ ਭਾਸ਼ਾ ਵਸ ਗਈ ਹੈ। ਸ਼ੌਂਕ ਨਾਲ ਕੜੇ ਦੀ ਥਾਂ ਤੇ ਮੌਲੀਆਂ ਆ ਗਈਆਂ। ਜਿਹਨੇ ਭੱਜ ਕੇ ਗੁਰਦੁਆਰੇ ਜਾਣਾ ਸੀ, ਭੱਜ ਕਬਰਾਂ ਨੂੰ ਜਾਂਦਾ। ਜਿਹਨੇ ਸਵੇਰੇ ਉੱਠ ਕੇ ਨਿਤਨੇਮ ਕਰਕੇ ਅਰਦਾਸ ਕਰਕੇ ਇਹ ਭਰੋਸਾ ਰੱਖਣਾ ਸੀ ਵੀ ਗੁਰੂ ਨੇ ਮਿਹਰ ਕੀਤੀ ਹੈ, ਉਹ ਇੱਕ ਨਿੰਬੂ ਤੇ ਹਰੀ ਮਿਰਚ ਤੇ ਭਰੋਸਾ ਰੱਖੀ ਬੈਠਾ ਵੀ ਸਵੇਰੇ ਗੱਡੀ ਨਾ, ਘਰ ਨਾ, ਇਹ ਬੰਨ ਲਾਂਗਾ ਤੇ ਕਾਰਜ ਸੌਰ ਜਾਏਗਾ, ਇਹ ਮੇਰਾ ਕਸ਼ਟ ਕੱਟ ਦੇਗਾ ਕਿ ਨਿੰਬੂ ਵਾ। ਇਹ ਸਿੱਖ ਦਾ ਜੀਵਨ। ਸਿੱਖ ਨੇ ਆ ਕਰਨਾ ਜੇ, ਇਹਨੇ ਚਲੀਸੇ ਨਹੀਂ ਕਰਨੇ। 40 ਦਿਨ ਗੁਰਦੁਆਰੇ ਜਾਓ ਤੇ ਪੂਰੀ ਪੈ ਗਈ, ਨਾ। ਇਹਨੇ ਜਨਮ ਤੋਂ ਲੈ ਕੇ ਮਰਨ ਤੱਕ, ਆਖਰੀ ਸਾਹ ਤੱਕ ਗੁਰੂ ਵਾਲਾ ਬਣ ਕੇ ਰਹਿਣਾ ਹੈ, ਗੁਰੂ ਦਾ ਹੋ ਕੇ ਰਹਿਣਾ ਹੈ ਤੇ ਗੁਰੂ ਜਪਣਾ ਹੈ। ਬਾਰ ਪ੍ਰਭ ਜਪੀਏ। ਜੇ ਉਹ ਕਹਿੰਦਾ ਸਿਮਰਨ ਕਿੰਨਾ ਕਰਨਾ ਚਾਹੀਦਾ, ਬਾਣੀ ਕਿੰਨੀ ਪੜ੍ਹਨੀ ਚਾਹੀਦੀ ਹੈ, ਨਿਤਨੇਮ ਕਿੰਨਾ ਕਰਨਾ ਚਾਹੀਦਾ, ਇਹਦਾ ਸਹੀ ਜਵਾਬ ਜਿੰਨਾ ਕਰ ਲਓ ਓਨਾ ਹੀ ਥੋੜ੍ਹਾ। ਇਹਦਾ ਸਹੀ ਜਵਾਬ ਆ। ਜਿਹੜੇ 5 ਬਾਣੀਆਂ ਸੌਖਾ ਕਰ ਲੈਂਦੇ ਨਾ, ਉੱਥੇ ਨਾ ਅਟਕੇ ਰਹੋ, ਵਧਾਓ। ਜਿੰਨਾ ਕਰ ਲਓ ਓਨਾ ਥੋੜ੍ਹਾ। ਵੀ ਅੰਮ੍ਰਿਤ ਇਹੋ ਮਨ ਤਨ ਧਰਪੀਐ, ਇਹ ਬਾਣੀ ਰੂਪ ਅੰਮ੍ਰਿਤ ਜੇ ਤੂੰ ਪੀਏਗਾ ਨਾ, ਤੇ ਮਹਾਰਾਜ ਕਹਿੰਦੇ ਤੇਰਾ ਤਨ ਵੀ ਰੱਜ ਜਾਏਗਾ, ਤੇਰਾ ਮਨ ਵੀ ਰੱਜ ਜਾਏਗਾ। ਤੇ ਨਾਲੇ ਝੂਮ ਕੇ ਪੜ੍ਹਦੇ ਆ, ਨਾਲੇ ਫੇਰ ਭੁੱਖੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਹੁਣ ਪੜ੍ਹਦੇ ਤੇ ਆਪਾਂ ਸਾਰੇ ਝੂਮ ਕੇ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਤੇ ਹੁਣ ਕੋਈ ਕੰਨ 'ਚ ਪੁੱਛ ਲੈ ਵੀ ਭਾਜੀ ਤੁਹਾਡੀਆਂ ਗਵਾਚ ਗਈਆਂ, ਭੁੱਖਾ ਰੱਜ ਗਏ ਹੋ? ਪਰ ਨਾ, ਆਪਾਂ ਤੇ ਉੱਥੇ ਖੜੇ। ਮੇਰੇ ਜੋ ਪੜ੍ਹਦੇ ਹੋਏ ਇਹਦੇ ਤੇ ਅਮਲ ਨਹੀਂ ਕੀਤਾ। ਸਾਚ ਨਾਮ ਆਧਾਰ ਬਣਿਆ ਨਹੀਂ ਜ਼ਿੰਦਗੀ ਦਾ, ਆਸਰਾ ਬਣਿਆ ਨਹੀਂ ਜ਼ਿੰਦਗੀ ਦਾ। ਤੇ ਜਿੱਦਣ ਤੇਰਾ ਆਸਰਾ ਬਣ ਜੇ, ਹਰ ਇੱਕ ਚੀਜ਼ ਤੋਂ ਬਿਨਾਂ ਤੇਰਾ ਸਰ ਜੇ, ਬਾਣੀ ਤੋਂ ਬਿਨਾਂ ਨਾ ਸਰੇ। ਕਿਸੇ ਰਿਸ਼ਤੇਦਾਰ ਕੋਲ ਜਾਏ ਤੋਂ ਬਿਨਾਂ ਸਰ ਜੇ, ਗੁਰੂ ਕੋਲ ਜਾਏ ਤੋਂ ਬਿਨਾਂ ਨਾ ਸਰੇ। ਕੁਝ ਖਾਧੇ ਪੀਤੇ ਤੋਂ ਬਿਨਾਂ ਸਰ ਜੇ, ਨਿਤਨੇਮ ਕੀਤੇ ਤੋਂ ਬਿਨਾਂ, ਬਾਣੀ ਪੜ੍ਹੇ ਤੋਂ ਬਿਨਾਂ ਨਾ ਸਰੇ। ਉਦੋਂ ਤੇਰੇ ਜੀਵਨ ਦਾ ਆਧਾਰ ਸਾਚ ਨਾਮ ਹੋਏਗਾ। ਤੇ ਜਦੋਂ ਜੀਵਨ ਦਾ ਆਧਾਰ ਸਾਚ ਨਾਮ ਹੋਏਗਾ ਤੇ ਲਾਜ਼ਮੀ ਤੌਰ ਤੇ ਸਾਰੀਆਂ ਭੁੱਖਾਂ ਮਿਟ ਜਾਣਗੀਆਂ।
ਮਨ ਤੇ ਤਨ ਧਰਪੀਏ ਤ੍ਰਿਪਤ ਹੋ ਜਾਏਗਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਗੁਰੂ ਕੋਲੋਂ, ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦਾ ਨਾਮ ਕੀਮਤੀ ਰਤਨ ਜਿਹਨੇ ਪ੍ਰਾਪਤ ਕਰ ਲਿਆ। ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟਾਇਆ, ਉਹਨੂੰ ਫਿਰ ਹੋਰ ਕੁਝ ਦੀਦਾ ਹੀ ਨਹੀਂ, ਉਹਨੂੰ ਗੁਰੂ ਗੁਰੂ ਹੀ ਦੀਦਾ। ਭਾਈ ਕਨ੍ਹਈਆ ਜੀ ਦਾ ਜੀਵਨ, ਉਹਨੂੰ ਸਾਰਿਆਂ 'ਚ ਗੁਰੂ ਹੀ ਦੀਦਾ। ਜਿਹਦੇ ਆਪਣੇ ਅੰਦਰ ਈਰਖਾ, ਜਿਹਦੇ ਆਪਣੇ ਅੰਦਰ ਦਵੈਸ਼, ਜਿਹਦੇ ਆਪਣੇ ਅੰਦਰ ਦੁਸ਼ਮਣੀ, ਜਿਹਦਾ ਆਪਣਾ ਅੰਦਰ ਕੜਤਣ ਨਾ ਜ਼ਹਿਰ ਨਾ ਭਰਿਆ, ਉਹਨੂੰ ਸਾਰੇ ਦੁਸ਼ਮਣੀ ਦਿਖਦੇ ਨੇ। ਦੁਸ਼ਮਣੀ ਦਿਖਦੇ ਨੇ। ਜੋ ਸਾਡੇ ਅੰਦਰ ਹੈ ਨਾ, ਉਹੀ ਸਾਨੂੰ ਬਾਹਰ ਦਿਖਦਾ, ਉਹੋ ਜਿਹਾ ਹੀ ਦਿਖਦਾ। ਜਿਹੋ ਜਿਹਾ ਆਪ ਆ, ਦੂਜਾ ਵੀ ਇਹੋ ਜਿਹਾ ਦਿਖਦਾ। ਤੇ ਜਿਹਦੇ ਅੰਦਰ ਰੱਬ ਦਾ ਨਾਂ ਹੈ, ਗੁਰੂ ਵਾਲਾ ਹੈ, ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟ ਆਇਆ, ਉਹਨੂੰ ਹੋਰ ਕੋਈ ਦਿਖਦਾ ਨਹੀਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਦ ਹੁਜੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਭਇਓ ਦੁਰਾਈ। ਉਹ ਤੇ ਅੰਦਰੋਂ ਭਿੱਜ ਕੇ ਯਕੀਨ ਨਾਲ ਪੜ੍ਹਦਾ। ਦੁਕਾਲੰ ਪਰਣਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਨਾਮ ਧਨ ਨਾਮੋ ਰੂਪ ਰੰਗ, ਨਾਮ ਹੀ ਉਹਦਾ ਧਨ ਸਰਮਾਇਆ। ਪਰਮੇਸ਼ਰ ਦਾ ਨਾਮ ਹੀ ਉਹਦਾ ਸੁਹੱਪਣ ਹੈ। ਪਰਮੇਸ਼ਰ ਦੇ ਨਾਮ ਨਾਲ ਹੀ ਉਹਦਾ ਪਿਆਰ ਹੈ। ਨਾਮੋ ਸੁਖ, ਤੇ ਨਾਮ ਨਾਲ ਹੀ ਉਹ ਸੁਖੀ ਹੈ। ਨਾਮ ਜਪ ਕੇ ਉਹ ਸੁਖੀ ਹੈ। ਹਰ ਨਾਮ ਕਾ ਸੰਗ, ਨਾਮ ਕਾ ਸੰਗ, ਨਾਮ ਦਾ ਸਾਥ ਕਰਨਾ। ਤੇ ਨਾਮ ਦਾ ਸਾਥ ਕਿੱਦਾਂ ਹੋਏਗਾ? ਜਦੋਂ ਤੁਸੀਂ ਕਰ ਰਹੇ ਹੋ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੁਸੀਂ ਵਾਹਿਗੁਰੂ ਦਾ ਸੰਗ ਕਰ ਰਹੇ ਹੋ, ਪਰਮੇਸ਼ਰ ਦੇ ਨਾਮ ਦਾ ਸੰਗ ਕਰ ਰਹੇ ਹੋ ਜਦੋਂ ਤੁਸੀਂ ਜਪ ਰਹੇ ਹੋ। ਨਾਮ ਰਸ ਜੋ ਜਨ ਤ੍ਰਿਪਤਾਨੇ, ਜਿਹੜੇ ਜਪ ਜਪ ਕੇ ਤ੍ਰਿਪਤ ਹੋ ਗਏ। ਮਨ ਤਨ ਨਾਮੈ ਨਾਮ ਸਮਾਨੇ, ਉਹਨਾਂ ਦੇ ਤਨ ਵਿੱਚ, ਉਹਨਾਂ ਦੇ ਮਨ ਵਿੱਚ ਨਾਮ ਰਤਿਆ ਗਿਆ, ਨਾਮ ਵਸ ਗਿਆ। ਨਾਮ ਤੇ ਉਹਨਾਂ ਦਾ ਹਿਰਦਾ ਓਤ ਪ੍ਰੋਤ ਹੋ ਗਏ। ਤੇ ਸੇਵਕ ਫਿਰ ਕੀ ਕਰਦਾ? 40 ਦਿਨ ਨਹੀਂ, ਸੰਗਰਾਂਦ ਨੂੰ ਹੀ ਨਹੀਂ, ਮੱਸਿਆ ਨੂੰ ਹੀ ਨਹੀਂ, ਗੁਰਪੁਰਬ ਨੂੰ ਹੀ ਨਹੀਂ, ਕੱਲਾ ਐਤਵਾਰ ਨੂੰ ਹੀ ਨਹੀਂ, ਤੇ ਗੁਰੂ ਕੋਲ ਜਾਣਾ। ਉਹ ਸਿੱਖ ਕਰਦਾ ਉਠਤ ਬੈਠਤ ਸੋਵਤ ਨਾਮ। ਬਹਿੰਦਿਆਂ ਉੱਠਦਿਆਂ ਤੇ ਸੌਂਦਿਆਂ। ਤੇ ਸੌਂਦਿਆਂ ਪਹਿਲਾਂ ਕੌਣ ਜਪਦਾ? ਜਿਹੜਾ ਬਹਿੰਦਿਆਂ ਉੱਠਦਿਆਂ ਸਾਰਾ ਦਿਨ ਗੁਰੂ ਗੁਰੂ ਕਰਦਾ ਰਹੇਗਾ ਨਾ, ਉਹਦੀ ਸੁਰਤ ਵਿੱਚ ਗੁਰੂ ਵਸ ਜਾਏਗਾ। ਉਹ ਸੌਂਦਿਆਂ ਵਾਹ ਵਾਹ ਉਚਰੇ, ਉੱਠਦਿਆਂ ਵੀ ਵਾਹ ਕਰੇਨ। ਉਹ ਸੁੱਤਿਆਂ ਹੋਇਆ ਵੀ ਵਾਹਿਗੁਰੂ ਵਾਹਿਗੁਰੂ ਜਪਣਗੇ। ਕਹੋ ਨਾਨਕ ਜਨ ਕੈ ਸਦ ਕਾਮ। ਪਰਮੇਸ਼ਰ ਪਰਮਾਤਮਾ ਦੇ ਸੇਵਕ ਦਾ, ਜਨ ਦਾ, ਸਿੱਖ ਦਾ ਸਦੀਵੀ ਇਹ ਕੰਮ ਹੈ ਕਿ ਵਾਹਿਗੁਰੂ ਦਾ ਨਾਮ ਜਪਣਾ। ਜਿਹੜਾ ਵਾਹਿਗੁਰੂ ਦਾ ਨਾਮ ਹਰ ਵੇਲੇ ਸਦੀਵੀ ਜਪਦਾ ਰਹਿੰਦਾ, ਉਹਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।